जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर इस संसार दी सिर्फ इको एक थां जिथे मजलूमां उत्ते अत दा जुल्म होया और उस हर तरह दे जुल्म नूं पिंडे ते सहंदियां अंदर दी पूर्ण अडोलता दे नाल शहादतां दा जाम पीता। आवाज बाहरों आ रही ज्यादा। उन्हां महान शहीदां दी याद विच उंज तां अठे पैर 24 घंटे इस अस्थान ते गुरु कीआं संगतां नमस्कार करदियां ने प्रेम बैराग दे नाल सन्मानयोग माता जी दा और सतगुरु दे लालां दा गुण गायन भी करदियां ने। पर पिछले सालां तो ये विशेष उद्यम उपराला महान शहीदां ने आप प्रेरणा दे के आप संगत तो कराया, जिस विच हर साल आपां सारे एक एक सहज पाठ करके सन्मान योग माता जी और साहिबजादियां दे संस्कार वाले अस्थान ते आरंभता भी उत्थे करने आ ते भोग भी उस जगह ते पाए जाते हैं। इस वरे दे इस अस्थान दे समागम दी संध्या तो आप जी हाजरी भर रहे हो। सन्मान योग हजूरी कीर्तनीय भाई बख्शीश सिंह जी होरां ने, सन्मान योग भाई साहब भाई करनैल सिंह जी ने, भाई साहब भाई हरजिंदर सिंह जी श्रीनगर वाले और हुणे आप जी सतगुरु जी दे इस अस्थान दे मुख सेवादार ज्ञानी हरपाल सिंह जी, उन्हां पासों सतगुरु जी दी इस सिरजी हुई कौम विच एकता, इतफाक और एक सुरता दे बारे विचार सरवण कर रहे सी। आओ जो भाई साहब जी ने अज गायन किया है, क्योंकि हर साल आपां इस अस्थान ते सिर्फ शब्द बाणी विचार रखने ते इतिहास दी लड़ीवार समाप्ति ज्योति स्वरूप की जाती है। भाई साहब जी ने जो अमृत शब्द गायन किए ते मेरी अपनी इच्छा सी कि गुरसिखो जिन्ना गुरु के शब्द नाल आपां जुड़ांगे उन्नी सतगुरु साडे अंदर नूं अडोलता बख्शणगे। मैं फतेह तो पहला सिर्फ फिर ये दोहराना चाहना, केड़ी ताकत सी, केड़ी शक्ति सी, जिस ताकत ने, जिस बल ने, जिस रहमत ने 7 साल ते 9 साल दे जिन्हां नूं संसार बाल ते बच्चे कहंदा है, साडा इतिहास कहंदा है, उन्हां दा कारनामा, उन्हां दी कुर्बानी अपने दादे जिन्नी है। ये मैं अज खास करके बेनती करनी है। वो ताकत केड़ी सी? वो ताकत सी सतगुरु गुरु गोबिंद सिंह जी दे अपने तेज प्रताप दी, ते वो ताकत सी सतगुरु जी दी इलाही बाणी दे शब्द दी।
ਮੇਰੀ ਫਿਰ ਬੇਨਤੀ ਹੈ, ਸ਼ਬਦ ਪਹਿਰੇਦਾਰ ਬਣ ਜਾਂਦਾ ਹੈ, ਜਿਹਨੂੰ ਅਸੀਂ ਆਪਣੀ ਸ਼ਬਦਾਵਲੀ 'ਚ ਇਹ ਨੀਵਾਂ ਸ਼ਬਦ ਨਾ ਸਮਝਿਓ ਕਿ ਚੌਕੀਦਾਰ। ਚੌਕੀਦਾਰ ਦਾ ਲਫ਼ਜ਼ੀ ਅਰਥ ਹੀ ਪਹਿਰਾ ਦੇਣ ਵਾਲਾ ਹੈ। ਮੈਂ ਕਈ ਵਾਰੀ ਬੇਨਤੀ ਕਰਨਾ, ਬਾਹਰ ਚੌਕੀਦਾਰ ਹੋਵੇ ਤੇ ਲੋਕ ਮਹੱਲੇ ਵਿੱਚ ਉਸ ਥਾਂ ਤੇ ਵੜਨ ਤੋਂ ਜਿਹੜੇ ਗਲਤ ਅਨਸਰ ਨੇ ਉਹ ਗੁਰੇਜ਼ ਕਰਦੇ ਨੇ। ਜਿਹਦੇ ਅੰਦਰ ਸ਼ਬਦ ਦੀ ਚੌਕੀ ਲੱਗ ਜਾਏ ਗੁਰਮੁਖੋ, ਨਾ ਵਾਸ਼ਨਾ ਉਹਦੇ ਨੇੜੇ ਆਉਂਦੀ ਹੈ, ਨਾ ਜਮਦੂਤ ਤੇ ਕਾਇਰਤਾ ਉਹਦੇ ਨੇੜੇ ਆਉਂਦਾ ਹੈ। ਸਤਿਗੁਰਾਂ ਨੇ ਫਰਮਾਇਆ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ। ਆਓ ਜੋ ਭਾਈ ਸਾਹਿਬ ਨੇ ਗਾਇਆ, ਚਲੋ ਇਹਨਾਂ ਆਪਣੀ ਬਿਰਥਾ ਵੀ ਤੁਹਾਨੂੰ ਦੱਸੀ ਹੈ, ਤੇ ਆਪਾਂ ਉਸ ਗੱਲ ਨੂੰ ਹੁਣ ਜ਼ਿਆਦਾ ਨਹੀਂ ਕਰਨਾ, ਕਿਉਂ ਇੱਕ ਵਾਰੀ ਇਹਨਾਂ ਨੇ ਸੰਦੇਸ਼ ਦੇ ਦਿੱਤਾ, ਕਿਉਂਕਿ ਸਾਡੀ ਆਪੋ ਆਪਣੀ ਸੋਚ ਹੈ ਜੀ, ਆਪੋ ਆਪਣੇ ਖਿਆਲ ਨੇ। ਮੈਂ ਸ਼ਾਇਦ ਕੱਲ ਬੇਨਤੀ ਕੀਤੀ ਸੀ ਵੀ ਟੀਮ ਵਰਕ ਹੁੰਦਾ ਹੈ। ਜਿਹੜੀ ਕੱਲ ਮੈਂ ਕਹਾਣੀ ਸੁਣਾਈ ਸੀ, ਜਿੰਨੀ ਦੇਰ ਤੱਕ ਇਹ ਕੀਰਤਨ ਕਰ ਰਹੇ ਨੇ, ਆਪਾਂ ਇਸ ਕੀਰਤਨ ਦੀ ਕੋਈ ਕੀਮਤ ਨਹੀਂ ਜੇ। ਯਾਦ ਰੱਖਿਓ, ਕਦੀ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਪੁੱਛਣਗੀਆਂ ਤੇ ਤੁਸੀਂ ਆਪਣੇ ਪੋਤਿਆਂ ਪੜਪੋਤਿਆਂ ਨੂੰ ਕਹੋਗੇ ਅਸੀਂ ਭਾਈ ਸਾਹਿਬ ਨੂੰ ਸਾਹਮਣੇ ਬੈਠ ਕੇ ਸੁਣਿਆ ਸੀ। ਇਹਨੂੰ ਬਟਰਿੰਗ ਨਾ ਸਮਝਿਓ, ਕੌਮ ਨੂੰ ਸੰਭਾਲਣਾ ਚਾਹੀਦਾ ਹੈ। ਆਓ ਭਾਈ ਸਾਹਿਬ ਜੀ ਨੇ ਜਿਹੜੇ ਸ਼ਬਦ ਪੜ੍ਹੇ ਆ, ਆਪਾਂ ਅੱਜ ਉਸੇ ਸ਼ਬਦਾਂ ਦੀ ਥੋੜੀ ਜਿਹੀ ਵਿਚਾਰ ਕਰਨੀ ਹੈ। ਆਪ ਅਸੀਸ ਬਖਸ਼ੋ ਸੰਗਤ ਜੀ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਉਹਨਾਂ ਨੇ ਆਪ ਜੀ ਨੂੰ ਦੱਸ ਵੀ ਦਿੱਤਾ, ਕਿਉਂਕਿ ਸਾਡੇ ਦੋਨਾਂ ਦਾ ਇੱਕ ਸੁਭਾਅ ਹੈ। ਇਹ ਸੰਗਤ ਮੈਂ ਜਿੱਥੇ ਵੀ ਜਾਣਾ, ਇੱਕ ਹੁੰਦਾ ਵੀ ਡੈਰੀ ਲਾ ਦੇਣੀ, ਫਿਰ ਸੰਗਤ ਨੂੰ ਦੱਸਣਾ ਮੈਂ ਆਹ ਕੁਝ ਕੀਤਾ। ਗੁਰਮੁਖੋ, ਸੇਵਾ ਕਰੀ ਜਾਓ, ਫਲ ਦੀ ਆਸ ਨਾ ਰੱਖੋ। ਸੇਵਾ ਨੂੰ ਫਰਜ਼ ਜਾਣ ਕੇ ਕਰੋ, ਸੇਵਾ ਨੂੰ ਨੌਕਰੀ ਜਾਣ ਕੇ ਨਹੀਂ। ਸਰਪੋਹ ਪਹਿਨ। ਉਂਝ ਮੈਂ ਹਰ ਇੱਕ ਸਿੱਖ ਨੂੰ ਕਹਿਣਾ, ਬਾਹਰ ਸੁਣ ਰਹੇ ਨੇ, ਮੈਂ ਤਕਰੀਬਨ 20 ਸਾਲ ਹੋ ਗਏ ਉਸ ਸਟੇਜ ਤੇ ਮੈਨੂੰ ਜਾਂਦਿਆਂ ਜਿਹਦਾ ਜ਼ਿਕਰ ਭਾਈ ਸਾਹਿਬ ਕਰ ਰਹੇ ਸਨ। ਮੈਂ ਇੱਕ ਬੇਨਤੀ ਕਰਨਾ ਹੁੰਨਾ ਕਿ ਭਾਰਤ ਵਿੱਚ ਜਾਣਾ ਜੇ ਤੇ ਇੱਕ ਕੰਮ ਕਰਿਓ, ਇੱਕ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਨਹੀਂ ਬਿਨਾਂ ਆਉਣਾ, ਤੇ ਦੂਸਰਾ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਨੂੰ ਜ਼ਰੂਰ ਨਤਮਸਤਕ ਹੋਇਓ। ਉੱਥੇ ਤੁਹਾਡੀ ਕੋਈ ਇੰਤਜ਼ਾਰ ਕਰ ਰਿਹਾ ਹੈ, ਉੱਥੇ ਤੁਹਾਡੀ ਕੋਈ। ਇਹੀ ਬਾਬਾ ਬੰਦਾ ਸਿੰਘ ਬਹਾਦਰ ਨੇ, ਪ੍ਰੋਫੈਸਰ ਪਿਆਰਾ ਸਿੰਘ ਪਦਮ ਕਹਿੰਦਾ ਹੈ, ਸੋਨੀਪਤ ਟੱਪਦੇ ਇੱਕੋ ਗੱਲ ਕਹੀ ਕਿ ਤੁਸੀਂ ਮੇਰਾ ਸਾਥ ਦਿਓ। ਮੇਰੇ ਕੋਲ ਦੇਣ ਲਈ ਕੋਈ ਪੈਸਾ ਨਹੀਂ, ਮੇਰੇ ਕੋਲ ਹਥਿਆਰ ਨਹੀਂ, ਮੇਰੇ ਕੋਲ ਤਨਖਾਹ ਨਹੀਂ, ਮੇਰੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਹੈ, ਤੇ ਦੂਸਰਾ ਸਰਹੰਦ ਦੀਆਂ ਨੀਆਂ ਤੇ ਚਮਕੌਰ ਦੀ ਗੜੀ ਵੀ ਸਾਡੀ ਕੋਈ ਇੰਤਜ਼ਾਰ ਕਰ ਰਿਹਾ ਹੈ। ਇਸ ਕਰਕੇ ਮੈਂ ਹਰ ਸਾਲ ਕਹਿਣਾ, ਇਸ ਵੇਲੇ ਵੀ ਪਾਠ ਰੱਖਣੇ ਨੇ, ਜੇ ਇਕੱਲੇ ਨਹੀਂ ਕਰਦੇ, ਸਾਰਾ ਪਰਿਵਾਰ ਇਕੱਠੇ ਰਲ ਕੇ ਕਰ ਲਿਆ ਕਰੀਏ, ਕਿਉਂਕਿ ਸਾਰੇ ਜੀ ਇਕੱਠੇ ਕਰਾਂਗੇ ਤੇ ਇਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਮਿਲੇਗੀ। ਆਓ ਮੈਂ ਸਮਾਂ ਪੂਰਾ ਜੀ ਲਾਵਾਂਗਾ, ਆਪ ਇਕਾਗਰਤਾ ਬਖਸ਼ੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ, ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਭਾਈ ਸਾਹਿਬ ਜੀ ਨੇ ਪਹਿਲਾ ਸ਼ਬਦ ਪੜਿਆ, ਮੰਗਲ ਕਰਦਿਆਂ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰ ਕਰਨ ਕਿਉਂ ਬਣਾ ਰਹੇ ਆਪਾਂ? ਸਾਨੂੰ, ਮੈਂ ਗੱਲ ਲਾਈਵ ਕਹਿਣ ਲੱਗਾ, ਸਿਰਫ 2 ਪ੍ਰੋਗਰਾਮ ਸਾਨੂੰ ਮਿਲਦੇ ਆ, ਇੱਕ ਬਰਸੀਆਂ ਦਾ ਤੇ ਇੱਕ ਸ਼ਹੀਦੀਆਂ ਦਾ। ਪਰ ਕਦੀ ਕਿਸੇ ਨੇ ਪੁੱਛਿਆ ਕਿ ਤੁਸੀਂ ਕੀ ਬੋਲਣਾ ਚਾਹੁੰਦੇ ਹੋ? ਮੈਂ ਵੀ ਫਿਰ ਬੇਨਤੀ ਕਰਾਂ ਕਿ ਸਾਨੂੰ ਕਦੀ ਕਿਸੇ ਨੇ ਕਿਹਾ, ਅੱਜ ਤੱਕ ਮੈਨੂੰ 30 ਸਾਲ ਹੋ ਗਏ, ਕਦੀ ਕਿਸੇ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਪੁਰਬ, ਉਹਨਾਂ ਦੀ ਕਿਹੜੀ ਬਾਣੀ ਦੀ ਵਿਚਾਰ ਕਰੋਗੇ ਤੁਸੀਂ? ਕਦੀ ਕਿਸੇ ਨੇ ਕਿਹਾ ਗੁਰੂ ਅਰਜੁਨ ਦੇਵ ਦਾ ਸ਼ਹੀਦੀ ਪੁਰਬ, ਉਹਨਾਂ ਦੀ ਬਾਣੀ ਦੇ ਕਿਹੜੇ ਸ਼ਬਦ ਨੂੰ ਤੁਸੀਂ ਵਿਚਾਰੋਗੇ? ਇਹਦਾ ਮਤਲਬ
कि साडा गुरबाणी वाल तवज्जो जरूर है, पर लतीफ अकर रख के बरीकी नाल जे आपां वाचांगे ते जदों आपां अर्थ करने आ, कई वारी कह दिने बाणी तां रोज पढ़दे सां, सानू तां अजे तक पता ही नहीं इहदे अर्थ इह ने। एक सैमीनार हुंदा है, असीं सबजैक्ट दिंदे आ, पर खिमा करियो जदों मैं ये नहीं कह रहा भी सत संगत सैमीनार बन जाए, क्योंकि ये पिछले दिनों तो साडा एक सुभाव बन गया बाहर, खास करके असी जी आजाद मुल्क च रहने, मेरे नाल दो वारी संगत च खलो के बोलन लग पे, एदा मतलब की मैं क्या सत संगत है, ये सैमीनार नहीं। फिर अर्ज है कि सब्जैक्ट रख के कीर्तन करांगे ते होर मेहनत कीर्तनियां भी करेगा, ते याद रखो कथा करन वाला भी मेहनत जरूर करेगा, नहीं तो एक लैक्चर नाल सारी जिंदगी लंघ सकती है जी। हुण भाई साहब ने पहला शब्द पढ़िया, ये अडोलता दे सी क्यों रखे ने, क्योंकि इस जगह ते जिथे बैरागमी इतिहास है, इत्थे दुनिया दी वो सब तो वड्डी अडोलता है, जेड़ी कचहरी विच भी अडोलक है, ठंडे बुरज विच भी अडोलक है, नीयां विच भी अडोलक है, ते सच ए वे जदों जिबा कर लगे ने उदों भी वो अडोलता कायम है। दो गल्लां याद रखियो, मैं भी विचे हाँ, सिमरन इकाग्रता तो बिना फलीपूत नहीं हुंदा, ते शहादत भी इकाग्रता तो बिना नहीं हो सकती। जिथे खंडा होवेगा उत्थे शहादत नहीं बनेगी, बंदा डोल सकता है, पर प्यारियो जिथे इकाग्रता उत्थे सिमरन, जिथे इकाग्रता उत्थे शहादत है। पहला जिहड़ा बचन असीं सुनिया, ते मैं आवांगा धन जीओ तेह को जुग में, मुक्ते हर चित में जुद विचारै, दे अनित न नित रहे, जस नाव चढ़ै भव सागर तारै। उत्थों तक आपां आवांगे। सब तो पहला कि डंडौत बंधन अनिक बार, लफ्जी अर्थ बड़े सौखे ने कि हे पार ब्रह्म परमेश्वर जी, मैं अनेकां वारी आप जी नूं मत्था टेकना, बंधन दा अर्थ मत्था टेकना, पर ओदे नाल शब्द विरत दिता डंडौत। ये लफ्ज फिर सुनियो, डंडौत बंधन अनेक बार, अनेकां बारी मैं डंडौत करके मत्था टेक रहा। किस नूं? सर्ब कला समर्थ, कलादार ते शक्ति, जो सारियां कलावां दे मालक ने, यूं कह लो जो हर चीज कर सकदे आ, हर काम कर सकदे आ, सर्ब शक्तिमान, सर्ब शक्ति संपन्न अकाल पुरख वाहिगुरू जी, मैं आप जी नूं अनेकां वारी मत्था टेकना, पर डंडौत दे रूप च टेकना। ये दो लफ्ज ने, एक डंडौत, एक बंधन। थोड़े जे दे अर्थ आपां देख लेने कि क्योंकि नमस्कार नवदा भगती विच एक भगती है। उंज वैसे गुरबाणी ने सच एवे नवदा भगती तो ऊपर दी गल भी कीती है। इत्थे जदों आपां आउंदे आ, जे असीं देखीए कोई सानू नहीं कहंदा, असीं इक्को दम हथ जोड़ लैंदे आ। उस तो बाद जदों समा मिलदा आपां झुक के मत्था टेकने आ। गुरमुखो, मैं पिछले दिनी एक अर्ज कीती सी, ਜਿਹੜੀ ਅਸੀਂ ਸੰਗਤ ਵਿੱਚ ਸਰੀਰਕ ਤੌਰ ਤੇ ਕੋਈ ਐਕਸ਼ਨ ਕਰਨੇ ਆ, ਗੁਰਮਤਿ ਦੀ ਰੋਸ਼ਨੀ 'ਚ ਉਹ ਹਰ ਐਕਸ਼ਨ ਦਾ ਅੰਤਰੀਵ ਅਰਥ ਹੈ, ਉਹਦੇ ਅੰਦਰੂਨੀ ਅਰਥ ਨੇ। ਜੇ ਹੱਥ ਜੁੜਦੇ ਨੇ, ਇਹਦਾ ਮਤਲਬ ਹੈ ਮੈਂ ਆਪਣਾ ਆਪ ਸਮਰਪਣ ਕਰਨਾ ਆ। ਹੱਥ ਜੋੜ ਦੇਣੇ ਨਿਮਰਤਾ ਦਾ ਵੀ ਸੂਚਕ ਹੈ, ਤੇ ਹੱਥ ਜੋੜ ਦੇਣਾ ਹਕੀਕਤ ਇਹ ਵੇ ਕਿ ਜਿੰਨੀ ਮਰਜ਼ੀ ਬੰਦੇ ਕੋਲ ਤਾਕਤ ਹੋਵੇ, ਜਦੋਂ ਹੱਥ ਜੋੜ ਦਿੰਦਾ ਆਪਣੀ ਹਰ ਤਾਕਤ ਦਾ ਹੰਕਾਰ ਉਹ ਛੱਡ ਦਿੰਦਾ। ਕਿਉਂਕਿ ਅਸੀਂ ਲਫ਼ਜ਼ ਬੜਾ ਮੁਹਾਵਰਾ ਵਰਤਨੇ, ਫਲਾਣੇ ਦੇ ਹੱਥ ਵਿੱਚ ਇਹ ਤਾਕਤ ਹੈ, ਫਲਾਣੇ ਦੇ ਹੱਥ ਵਿੱਚ ਆ ਕੁਛ ਹੈ। ਮੇਰੀ ਬੇਨਤੀ, ਜਦੋਂ ਹੱਥ ਜੁੜ ਗਏ ਉਦੋਂ ਪੂਰਨ ਤੌਰ ਤੇ ਸਮਰਪਣ ਹੋ ਗਿਆ। ਧਨ ਦਾ, ਦੌਲਤ ਦਾ, ਪਦਵੀ ਦਾ, ਤਾਕਤ ਦਾ, ਵਿਦਵਤਾ ਦਾ, ਧੜੇ ਦਾ, ਸ਼ਕਤੀ ਦਾ, मैं किसे चीज दा मान नहीं करदा। हे सतगुरु, दोनों खाली हथ करके मैं दोनों हथ जोड़ के तेरे सामने आया। थोड़ी बेनती ध्यान नाल सुनियो। ये महत्वपूर्ण ने बनाया भी आपां शहादतां लई आए, क्योंकि हर साल आपां इत्ते शब्द विचार लैके चलने, असीं हथ जोड़ देने आ। ते गुरबाणी ने इस बारे सानू कहा, दोए कर जोड़ करूं अरदास, दोनों हथ जोड़न दा जिक्र कीता गया। उस तो अगली बेनती, इत्थे शब्द वरत्या डंडौत अते बंधन। बंधन दा अर्थ नमस्कार भी है, ते नाल लफ्ज डंडौत वरत्या है।
एक शब्द है अष्टांग, एक शब्द है डंडौत, पर दोनों च बारमुखी फर्क है। अष्टांग का मतलब है कि जदों बंदा कोई मत्था टेक रहा है ते ओदे शरीर दे 8 हिस्से जिहड़े ने जमीन नूं टच करदे होण, आपां अष्टांग कहने। ओदे हत्थ ने, गोडे ने, पैर ने, मत्था है, असीं सीना, तकरीबन 8 हिस्से जदों जमीन नूं स्पर्श करदे ने ते उन्हां नूं आपां अष्टांग कहने आ। उंज जोग मत विच अष्टांग जोग भी है, पर मैं सिर्फ मत्थे की गल कर रहा, 8 हिस्से। पर इत्थे शब्द वरत्या डंडौत, डंडौत बंधन अनक बार। जो भाई साहब ने कहा मैं सिर्फ वो अर्थ करने कि डंडौत का लफ्जी अर्थ है जो शब्दां नाल डंड औत। डंड का अर्थ 2 ने जी, एक डंड का संबंध है पहलवाना नाल, डंड पिलने। एक डंड का अर्थ है डंडा, डांग, सोटा। डंडौत का अर्थ है डंडे दी तरह। ਇਹਦਾ ਬਾਹਰਮੁਖੀ ਤਾਂ अर्थ हो जाएगा भी इस तरह लम्मा पै जा जिवें सीधा डंडा है, पर अंदरूनी अर्थ ਇਹਦਾ नहीं है। फिर अर्ज है बाहरमुखी बंदा सच्ची मुच्ची ਜਿਹੜੇ ਡੰਡੌਤ ਕਰਦੇ ਆ ਉਹ ਆਪਣੇ ਹੱਥ ਵੀ ਸਿੱਧੇ ਕਰਦੇ ਆ ਤੇ ਜ਼ਮੀਨ ਤੇ ਲੇਟ ਜਾਂਦੇ ਆ, ਉਹ ਵੀ ਡੰਡੌਤ ਹੈ। ਪਰ ਗੁਰਮਖੋ ਡੰਡੇ ਦਾ अर्थ बड़ा समर्पण ਦਾ है। ਕਿਵੇਂ ਇਹਨੂੰ ਸਮਝਣ ਲਈ ਜਿਵੇਂ ਭਾਈ ਸਾਹਿਬ ਸ਼ਸਤਰ ਦੀ ਗੱਲ ਕਰ ਰਹੇ ਸਨ, ਇਹ ਬੜਾ ਗਹਿਰਾ ਵਿਸ਼ਾ ਹੈ ਕਿਉਂਕਿ ਸ਼ਸਤਰ ਦਾ ਬੜਾ ਸੰਬੰਧ ਹੈ ਸਿੱਖੀ ਦੇ ਨਾਲ। ਲੋਕ ਬਹੁਤ ਰੌਲਾ ਪਾਉਂਦੇ ਜੋ ਲਾਈਵ ਚੱਲ ਰਿਹਾ, ਬਾਬਾ ਜਰਨੈਲ ਸਿੰਘ ਹੁਣੀ ਤੇ ਹੀ ਕਹਿੰਦੇ ਰਹੇ ਲੋਕੋ ਫਰਿੱਜਾਂ ਦੇ ਪਾਣੀ ਨੇ ਨਹੀਂ ਜੇ ਬਚਾਣਾ, ਤੇ ਇਹ ਸੱਚਾਈ ਨੂੰ ਆਪਾਂ ਭੁੱਲ ਨਹੀਂ ਸਕਦੇ। ਪਾਣੀ ਨੇ ਨਹੀਂ ਬਚਾਣਾ, ਤੁਹਾਡੇ ਕੂਲਰਾਂ ਨੇ ਨਹੀਂ ਬਚਾਣਾ। ਤੇ ਜਦੋਂ ਕੋਈ ਆ ਪਿਆ ਸ਼ਸਤਰ ਸਿੱਖ ਦਾ ਜ਼ੁਲਮ ਨਹੀਂ, ਗੁਰੂ ਹਰਗੋਬਿੰਦ ਸਾਹਿਬ ਜਿੱਦਨ ਧਾਰਨ ਕੀਤਾ ਮਸੰਦਾਂ ਨੇ ਰੌਲਾ ਪਾਇਆ, उदन सतगुरा ने कहा ये शस्त्र मजलूम की रख्या, जरवाने की पख्या। ये बंदा जुल्म वाला समझ इस तरह सकता है। ते मैं कई बारी कहना ओ गुरसिखो तुहाडी तां देग भी प्रसाद तां बनदी जदों इहदे नाल शस्त्र स्पर्श करदा। फिर अर्ज है बाहर कड़ा जरूर है, मैनू बख्श दिया जे आपां कहें देग तैयार है। असल च देग दे कोल तेग होनी अत लाजमी है। इत्थे देग दे कोल तेग है ते गुरमुखो अरदास विच रोज उन्हां नूं चेता करदे हो। देग चलाई तेग वाही देख के अन डिठ कीता। असी खालसे दी जेड़ी प्रार्थना लई मंगने आ शब्द कहने आ देग तेग फतेह। जिस दिन ऐस सरहंद नूं फतेह कीता जेड़ा मोर बाबा बंदा सिंह बहादुर ने चलाई, ओदे ते ही सी देगो तेगो व फतेह, नुसरत बेदरंग याफत अज नानक गुरु गोबिंद सिंह। उन्होंने देग तेग लिखा। मैं विषय तो बिल्कुल नहीं पटकांगा। मेरी अर्ज है कि डंडौत बंधन डंडे दी तरह, हुण डंडे दी तरह की है। जिस बंदे दे हत्थ विच डंडा है उस दी मर्जी चलनी है। क्योंकि जेडे पेंडू सज्जन मੱਝਾਂ चारदे रहे आपां, छेड़ू रहे हैं, सानू डंडे दा डांग दा पता है। असी घरों डांग चुकनी ते कई बारी मोढे उत्ते डांग रख के चलदे सां, कई बारी अपने हत्थां च लैके जिवें लमकदे हत्थ ने डांग हत्थ च फल के अगे पिछे चलना। कई बारी उसे डांग नूं असी मंजी दे पावे नाल ला दिंदे सां, उसे डांग नूं आपां जमीन ते सड़ दिंदे सां, उसे डांग नूं आपां कंध नाल ला दिंदे सां। इहदा मतलब कि डांग समर्पण है। तेरी मर्जी है मोढे ते रख, तेरी मर्जी है जमीन ते रख, तेरी मर्जी है कंध ना ला दे, तेरी मर्जी है तू भावें सानू किसे मंजी दे पावे ना ला दे, जिदे हत्थ विच होवे मर्जी ओदी चलदी। डंडौत दा अर्थ है मेरी कोई मर्जी नहीं। धन गुरु ग्रंथ साहिब जी मैं डंडे दी तरह डिग पिया हां, समर्पण मेरा ते हत्थ तेरा चलेगा। फिर अर्ज है डंडौत है शब्द। उंज मत्था टेकना केवल ये बाहरमुखी कर्मकांड नहीं। यही गल गुरु गोबिंद सिंह महाराज जी तो पूछी सी। मैं थोड़ी जी बेनती आप जी नूं कर रहा क्योंकि शुरुआत इत्थों सी। समर्पण करके बेनती की सारियां ताकतां दे मालका तेरे सामने खलो के अज अडोलता मंगण वास्ते आएगा। फिर अर्ज है कि समर्पण जदों अपने आप नूं कर दिता कि मर्जी तेरी चलेगी। महाराज शब्द वरत रहा कि डंडौत बंधन अनेक बार
ਅਨੇਕਾਂ ਵਾਰੀ ਮੱਥਾ ਟੇਕਣਾ ਤੇ ਗੁਰੂ ਸਾਹਿਬ ਨੂੰ ਨਮਸਕਾਰ ਕਰ ਰਹੇ ਨੇ। ਕਿਉਂਕਿ ਮੈਂ ਦੋੜੀਆਂ ਉਦਾਹਰਨਾਂ ਦੇ ਦੇਣਾ, ਸਪਿਰਿਚੁਅਲ ਬੰਦਿਆਂ ਲਈ ਬਹੁਤ ਕੁਝ ਹੈ। ਇਹ ਗੱਲ ਚੇਤੇ ਰੱਖਿਓ, ਜਿਸ ਬੰਦੇ ਦਾ ਆਪਣਾ ਅੰਦਰ ਕਰਮ ਕਾਂਢੀ ਹੈ ਨਾ, ਆਪਣਾ ਅੰਦਰ ਟਿਕਿਆ ਨਹੀਂ, ਉਹਨੂੰ ਕਈ ਵਾਰੀ ਗੁਰਮਤ ਦੇ ਤਤ ਗਿਆਨ ਵਿੱਚੋਂ ਵੀ ਕਰਮ ਕਾਂਢੀ ਦਿਸੀ ਜਾਂਦਾ ਹੈ। ਉਹਨੂੰ ਪਰਕਰਮਾ ਕਰਦਾ ਵੀ ਕਰਮ ਕਾਂਢੀ ਲੱਗਦਾ ਹੈ, ਉਹਨੂੰ ਚੌਰ ਕਰਦਾ ਵੀ ਕਰਮ ਕਾਂਢੀ ਲੱਗਦਾ ਹੈ। ਨਹੀਂ ਗੁਰਮਖੋ, ਜਿੰਨੇ ਮੱਥਾ ਟੇਕਿਆ, ਸੱਚ ਹੈ ਹਜ਼ੂਰ ਪਟਨਾ ਸਾਹਿਬ ਗਏ ਗੁਰੂ ਨਾਨਕ ਸਾਹਿਬ, ਮੈਂ ਦੋ ਕੁ ਉਦਾਹਰਨਾਂ ਦੇ ਦੇਣਾ। ਸਾਲਸਲਾ ਜੋਰੀ ਮਿਲਿਆ ਬਾਅਦ ਵਿੱਚ, ਪਰ ਪਹਿਲਾਂ ਉਹਦਾ ਨੌਕਰ ਅਦਰਕਾ ਮਿਲਿਆ। ਜ਼ਿਆਦਾ ਡਿਟੇਲ ਚ ਨਹੀਂ। ਉਹ ਕੀਮਤੀ ਲਾਲ ਜਿਹੜਾ ਉਹਨੇ ਦਿੱਤਾ, ਇਸ ਬਾਰੇ ਤੁਸੀਂ ਸਾਰੇ ਜਾਣਦੇ ਹੋ, ਬੜੀ ਪ੍ਰਚਲਿਤ ਸਾਖੀ ਹੈ। ਇਹ ਘਟਨਾ ਪਟਨਾ ਸਾਹਿਬ ਦੀ ਹੈ। ਭਾਈ ਮਰਦਾਨਾ ਜੀ ਸਾਰੀਆਂ ਥਾਵਾਂ ਤੇ ਗਏ ਤੇ ਲੋਕਾਂ ਨੂੰ, ਜਿਨ੍ਹਾਂ ਨੂੰ ਸਮਝ ਨਹੀਂ ਸੀ, ਉਹਨਾਂ ਨੇ ਵੱਖ-ਵੱਖ ਮੁੱਲ ਪਾਏ। ਜਿਹਨੂੰ ਸਮਝ ਸੀ ਉਹਨੇ ਕਹਿ ਦਿੱਤਾ, ਮੁੱਲ ਮੈਂ ਵੀ ਨਹੀਂ ਪਾ ਸਕਦਾ, ਮੇਰੇ ਕੋਲ ਇੰਨਾ ਪੈਸੇ ਨਹੀਂ ਕਿ ਮੈਂ ਲਾਲ ਖਰੀਦ ਸਕਾਂ। ਉਹ ਲਾਲ ਕਿਹੜਾ ਹੋਵੇਗਾ? ਗੁਰੂ ਨਾਨਕ ਸਾਹਿਬ ਦੀ ਗੱਤ ਗੁਰੂ ਨਾਨਕ ਸਾਹਿਬ ਜਾਣਾ। ਉਹਨੇ ਕਿਹਾ ਇਹਦੇ ਦੇਖਣ ਦੇ ਰਵਈਏ ਨੇ ਸਾਡੇ ਅਸੂਲ ਮੁਤਾਬਕ, ਇਹਦੇ ਦਰਸ਼ਨ ਕਰਨ ਦਾ 100 ਦਮੜਾ, ਉਹਨੇ ਉਸ ਵਕਤ ਕਿਹਾ ਜਾਂਦਾ 100 ਦਮੜਾ, ਜੋ ਇਤਿਹਾਸਕਾਰ ਦੱਸਦੇ ਆ। ਮੈਂ ਕਈ ਵਾਰੀ ਕਹਿਣਾ, ਕਿੰਨੀ ਬੰਦੇ ਦੀ ਨੀਅਤ ਸਾਫ਼ ਸੀ ਜੀ। ਉਹਨੂੰ ਪਤਾ ਲੱਗ ਗਿਆ ਵੀ ਲਾਲ ਕੀਮਤੀ ਹੈ, ਜਿਹੜਾ ਵੇਚਣ ਆਇਆ ਸਿਰਫ ਰੋਟੀ ਲਈ ਵੇਚਣ ਆਇਆ। ਜੇ ਉਹ ਬੇਈਮਾਨ ਹੁੰਦਾ ਤੇ ਚੇਤੇ ਰੱਖੋ, ਲਾਲ ਜੇਬ ਵਿੱਚ ਪਾ ਕੇ ਕਹਿੰਦਾ ਛੱਡੋ ਪਰ ਇਹਦੀ ਕੀ ਕੀਮਤ, ਤੂੰ 5-7 ਰੁਪਏ ਲੈ ਤੇ ਜਾ। ਉਹਦੀ ਨੀਅਤ ਇੰਨੀ ਸਾਫ਼ ਸੀ। ਯਾਦ ਰੱਖਿਓ, ਉਹਦੀ ਨੀਅਤ ਸਾਫ਼ ਕਰਕੇ ਉਹਦਾ ਘਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਬਣ ਗਿਆ ਸੀ। ਜਿਹੜਾ ਤਖਤ ਸਾਹਿਬ ਉਹਦਾ ਘਰ ਸੀ ਨਾ, ਸਾਲਸਰਾਏ ਦਾ। ਹੁਣ ਉਹ ਦਰਕਾ ਗਿਆ, ਉਹਦਾ ਨੌਕਰ ਸਾਲਸਰਾਏ ਨਹੀਂ ਗਿਆ। ਤੇ ਨੌਕਰ ਦਾ ਕੰਮ ਹੈ ਮੱਥਾ ਟੇਕਣਾ। ਉਹ ਕਿਤੇ ਵੀ ਜਾਏਗਾ ਨਮਸਕਾਰ ਕਰੇਗਾ। ਉਹ ਗੁਰੂ ਨਾਨਕ ਸਾਹਿਬ ਜੀ ਸਾਹਮਣੇ ਗਿਆ, ਉਹਦੇ ਭਾਗ ਜਾ ਕੇ ਉਹਦਾ ਮੱਥਾ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨਾਂ ਦੇ ਅੰਗੂਠੇ ਨੂੰ ਛੂ ਗਿਆ। ਮੇਰੀ ਫਿਰ ਬੇਨਤੀ, ਜੇ ਇਹਨੂੰ ਦੇਹ ਦੀ ਪੂਜਾ ਚ ਨਾ ਲਿਜਾਇਓ ਕੇਵਲ। ਯਾਦ ਰੱਖਿਓ, ਜਿਸ ਸਰੀਰ ਵਿੱਚ ਸ਼ਬਦ ਚੱਲਦਾ ਹੈ, ਬਿਜਲੀ ਵੀ ਉਨੀ ਤਾਕਤ ਨਹੀਂ ਰੱਖਦੀ ਜਿੰਨੀ ਤਾਕਤ ਗੁਰੂ ਦਾ ਸ਼ਬਦ ਰੱਖਦਾ ਹੈ। ਉਸ ਦੇ ਰੋਮ ਰੋਮ ਵਿੱਚ ਜਦੋਂ ਹਜ਼ੂਰ ਦੇ ਅੰਗੂਠੇ ਨੂੰ ਸਪਰਸ਼ ਕੀਤਾ, ਉਧਰੋਂ ਸਤਿਗੁਰਾਂ ਨੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ। ਤੇ ਗੁਰਬਾਣੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ, ਬੰਦਗੀ ਵਾਲਾ ਸਮਰੱਥ ਸਤਿਗੁਰੂ ਤਾਂ ਬੰਦਗੀ ਵਾਲੇ ਪੈਦਾ ਕਰਦੇ ਨੇ। ਉਹਨਾਂ ਨੇ ਜਦੋਂ ਸਿਰ ਤੇ ਹੱਥ ਰੱਖਿਆ, ਅਧਰਕੇ ਦੇ ਅੰਦਰ ਰੂਹਾਨੀਅਤ ਦਾ ਪ੍ਰਕਾਸ਼ ਹੋ ਗਿਆ, ਉਹਦਾ ਜੀਵਨ ਬਦਲ ਗਿਆ। ਉਂਝ ਮਹਾਰਾਜ ਗੁਰੂ ਰਾਮਦਾਸ ਜੀ ਨੇ ਕਿਹਾ, ਭੱਟਾ ਨੇ ਵੀ ਕਿਹਾ, ਭੱਟ ਸਾਹਿਬ ਜੀ ਨੇ ਕਿਹਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਗੁਰੂ ਰਾਮਦਾਸ ਜੀ ਨੇ ਕਿਹਾ, ਬਿਲਕੁਲ ਜੋ ਭੱਟ ਕਹਿ ਰਹੇ ਨੇ ਵਾਪਰਿਆ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੱਥੇ ਤੇ ਹੱਥ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਜਦੋਂ ਸਤਿਗੁਰੂ ਹੱਥ ਰੱਖੇ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਸਤਿਗੁਰੂ ਮੱਥੇ ਤੇ ਹੱਥ ਰੱਖੇ ਗੁਰਮੁਖੋ, ਉਹਦੇ ਹੱਥ ਦੀ ਤਲੀ ਬੰਦੇ ਦੇ ਕਰੋੜਾਂ ਜਨਮਾਂ ਦੇ ਪਾਪ ਖਿੱਚ ਲੈਂਦੀ ਹੈ। ਉਹਨੇ ਜਾ ਕੇ ਮੱਥਾ ਟੇਕ ਦਿੱਤਾ। ਸਤਿਗੁਰਾਂ ਨੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ। ਸੱਚੀ ਜੀ ਉਹਦੇ ਅੰਦਰ ਸਮਝੋ ਨੂਰ ਦਾ, ਰੂਹਾਨੀਅਤ ਦਾ ਖਜ਼ਾਨਾ। ਉਹ ਜਦੋਂ ਵਾਪਸ ਗਿਆ, ਸਾਲਸਰਾਏ ਸਿਆਣਾ ਸੀ। ਉਹਨੇ ਕਿਹਾ, ਤੈਨੂੰ ਹੋਇਆ ਕੀ? ਕਹਿੰਦਾ, ਪਤਾ ਨਹੀਂ, ਅੱਜ ਤੱਕ ਕਾਚੀ ਕੇਵਲ ਪਰਖਦਾ ਰਿਹਾ ਵਾਂ, ਪਤਾ ਹੀ ਅੱਜ ਲੱਗਾ ਜ਼ਿੰਦਗੀ ਕੀ ਹੈ। ਤੂੰ ਰਤਨਾਂ ਦੀ ਪਰਖ ਤੁਸੀਂ ਦੱਸਦੇ ਰਹੇ ਤਾਂ ਤੇ ਵਪਾਰੀ ਬਾਹਰ ਬੈਠਾ। ਸਾਲਸਰਾਏ ਦੁਕਾਨ ਛੱਡ ਕੇ ਗਿਆ। ਉਹਨੇ ਹਜ਼ੂਰ ਨੂੰ ਮੱਥਾ ਟੇਕਿਆ। ਇਤਿਹਾਸ ਕਹਿੰਦਾ ਪਰ ਉਹ ਗੱਲ ਨਾ ਵਾਪਰੀ। ਤੇ ਨਾਲ ਕਹਿੰਦਾ, ਜੀ ਮੈਂ ਮਾਲਕ ਆ, ਮੇਰਾ ਨੌਕਰ ਹੈ, ਤੁਸੀਂ ਇਹਦੇ ਤੇ ਬਖਸ਼ਿਸ਼ ਕੀਤੀ। ਇਹਨੇ ਆਪ ਜੀ ਨੂੰ ਮੱਥਾ ਟੇਕਿਆ। ਹਜ਼ੂਰ ਨੇ ਕਿਹਾ, ਉਹ ਬਖਸ਼ਿਸ਼ ਲੈਣੀ ਹੈ ਤੇ ਆਪਣੇ ਨੌਕਰ ਦੇ ਚਰਨਾਂ 'ਚ ਮੱਥਾ ਟੇਕ। ਉਹਨੇ ਕਿਹਾ, ਜੀ ਨੌਕਰ ਦੇ ਚਰਨਾਂ 'ਚ? ਗੱਲ ਫਿਰ ਸੁਣਿਓ ਧਿਆਨ ਨਾਲ। ਨੌਕਰ ਦੇ ਚਰਨਾਂ 'ਚ? ਕਹਿਣ ਲੱਗੇ, ਤੇਰੇ ਅੰਦਰ ਇਹੀ ਖੌਮੇ ਬੈਠੀ ਹੈ, ਅੱਜ ਤੱਕ ਤੂੰ ਮਾਲਕ ਬਣ ਕੇ ਇਹਨੂੰ ਝੁਕਾਉਂਦਾ ਰਿਹਾ ਹੈ। ਤੈਨੂੰ ਝੁਕਣ ਦੀ ਜਾਚ ਨਹੀਂ ਆਈ, ਜਿੱਦਨ ਝੁਕਣ ਦੀ ਜਾਚ ਆ ਗਈ, ਤੇਰਾ ਅੰਦਰ ਭਰਿਆ ਜਾਏਗਾ। ਸੱਚੀ ਮੁੱਚੀ ਉਹਨੇ 7 ਬਚਨ ਕਰਕੇ ਨਮਸਕਾਰ ਕੀਤੀ। ਮੈਂ ਆਪ ਨੂੰ ਇੱਕ ਹੋਰ ਬੇਨਤੀ ਕਰਾਂ,
गुरु गोबिंद सिंह जी ने यही पूछा, बाकी सब ठीक, तुहानू मत्था क्यों टेकदे ने? हजूर ने उत्थे मोहर दिती, सारे असीं सुनाने। सतगुरां क्या काजी जी, मोहर दे अखर हरूफ पढ़ो, ये लफ्ज पढ़ सकते हो तुसी? वो कहंदा मोहर दे अखर हरूफ पुठे हुंदे आ, महाराज जी ने कहा सिद्धे हो जाणगे। उसे नूं इतिहास कहंदा शाही नाल भेज के जदों कागज ते झुकाया ते ओ अखर सिद्धे हो गए। हजूर ने कहा गुरु दे चरनां च मत्था टेकना आ करामात वापरदी है, ये पुठे लेख भी जिहड़े ने सिद्धे हो जाते हैं। मैं आप नूं बेनती कर लगा, एक एक शब्द लैके भाई साहब ने जो पहला क्या, डंडौत बंधन अनेक बार, अनेकां वारी मैं डंडौत नमस्कार करना आया कि अगे सर्ब कला समरथ। इत्थे अर्ज है, जदों सर्ब कला समरथ शब्द वरत लईए उदों कदी भी तर्क नहीं करना चाहिए भी ये नहीं हो सकता। इस बेनती नूं फिर सुनियो गुरमुखो, आधुनिक जग वाले जेड़े गुरमुख ने विद्वान सज्जन, असी नहीं मानते, मेरा मन नहीं मानता, साइंस नहीं मानती। गुरमुखो याद रखियो, मेरा मन नहीं मानता एदा मतलब ये नहीं कि मैनू सब कुछ पता है, मेरे मन दे मनन दी सीमा है। जे आपां साइंस दी गल करांगे, साइंस वाले तां खुद बोल के कहंदे पए होए असी एक तिल मात्र नहीं जान सके, ते बंदा धर्म दी व्याख्या करदियां कहंदा नहीं साइंस नहीं मानदी। हुण सर्ब कला समरथ च की है, इहनूं सुनियो फिर। सर्ब कला समरथ है, जो कुछ बंदा सोच भी ना सके ते रब वो भी उहदे नाल करदा है। हसतो जाए सो रोवत आवे, रोवत जाए सो हसै, बस तो होए होए सो उजर, उजर होए सो बसै। जलते थल कर थलते कुआं, कूप ते मेर करावे, धरती ते आकाश चढ़ावे, चढ़े आकाश गिरावे। सर्व कला समरथ है। महाराज कह रहे ने, धरती ते आकाश चढ़ावे, चढ़े आकाश गिरावे, पेखारी ते राज करावे, राजा ते पेखारी, खल मूर्ख ते पंडित करबो, पंडित ते मुगधारी। सर्व कला समरथ है। एक शब्द असीं होर लैने आ, गुरु नानक साहिब जी दा है जी, सीयां बाजां चरगां कुइयां। मैं तां बेनती कर लगा, मैं थोड़ा बाणी दा पहरा रखे, मैं इतिहास जरूर सुनावांगा जिवें भाई साहब कह रहे सन, क्योंकि गुरबाणी विच जिन्ना डुबोगे, मेरी फिर अर्ज, तुसीं पाठ करने वाले बैठे हो, मन ना भी लगे कदी गुरु ग्रंथ साहिब दी बाणी दा नेम नहीं छड्डना। मैं कहना प्रबंधक होवे, प्रचारक होवे, ग्रंथी होवे, भावें ओदी रोजी इस तरीके नाल रब ने चलाई, और रोजी तो बिना भी सिख बन के गुरु ग्रंथ साहिब दी बाणी दा पाठ करे, महाराज सच्चे पातशाह दी बाणी नाल जुड़े। गुरु अंगद साहिब जी नूं भाई कदारे ने यही पूछया सी कि मंजी साहिब ने अर्ज की, महाराज जदों, क्योंकि जो असी खाने आ, जो असी देखने आ, जो कई सुनने आ, साडी प्रॉब्लम है। असी बाहर दे प्रदूषण तो मास्क ला लेने आ, ऐनका ला लेने आ, साउंड पोल्यूशन तो असी कन्ना विच एयर प्लग ला लेने आ। गुरमुखो ये तां पोल्यूशन कुछ भी नहीं, जिहड़ा मन दे विच पोल्यूशन गंद जांदा वो तां बंदे नूं एक घड़ी टिकण ही नहीं दिंदा। अखां ने की सटिया, कान ने की, जीभ ने की सटिया। वो पुछदे आ, सवाल बेनती करदे आ, महाराज जदों अंदर वासना दी अग तपे, ये भी पता है भी गुरबाणी कह रही है, मैनू पता है भी मैं गलत पासे सोच रहा, वासना क्यों उत्पन्न हो रही है, की करिए? गुरु अंगद साहिब जी ने बड़ा प्यारा बचन क्या कहन लगे, भाई केदारा जदों जंगल नूं अग लगे ते हिरन की करदा है? सच्चे पातशाह, जंगल नूं अग लगे ते खरन दौड़ के पानी विच वड़ जांदा है, दरिया दे विच वड़ जांदा है। हजूर कहने सड़दा ते नहीं? नहीं सच्चे पातशाह, दरिया च वड़े खरन नहीं सड़दे। हजूर ने कहा जंगल नूं अग लगे, खरन पानी दी ओट भी चला जांदा है। जदों अंदर वासना दी अग लगे ते सिख गुरु की बाणी भी चला जाए, बाणी अंदर नूं तपन नहीं दिंदी। मैं फिर अर्ज करांगा कि पहली गल सर्ब कला समरथ, ओदे अगे मत्था टेकना है। छियां बाजां चरगां कुइयां, इना खवाले का खान ते ना मास खवाले, ए चलाए राह, नदियां विच टिब्बे दिखाले, थली करे असगा।
बड़ी सीधे पंजाबी दे बोल कह लो जी। नदियां विच टिब्बे दखाले थली करे असगां, कीड़ा थाप दे पातशाही सर्व कला समरथ। कदी ये सोच सकते सा जिस जगह ते आपां बैठे टेल अर्ज करांगा, भाई साहब नूं पता है इस जगह ते गुरु गोबिंद सिंह जी दे लाल सच्चे पातशाह दे भी उस दिन शाम तक चुकन वास्ते कोई नहीं सी आया। ये इतिहास है ना जी। इत्थे शरीर प्यारे है। वजीर खां ओदा इन्ना भैख है कि ओदे हुक्म तो बिना इस इलाके च पत्ता नहीं खलदा, पर सर्व कला सम्राट दी शक्ति दा पता नहीं ओनू कि इस पूरे पंजाब विच वजीर खान दी किते भी कबर नहीं। याद रखियो इस थां ते तुसी लखां रोज आके मत्थे टेकदे पए। एक है उस सर्व कला दी खेड। महाराज जी ने फरमाया कि कीड़ा थाप दे पातशाही लश्कर करे सवा। हुण अगली गल सुनियो, मैडिकल साइंस नहीं मन्नेगी। डॉक्टर साहब बैठे होण ते मैनूं खिमा कर दिओ जे, मैं ये नहीं कि पिछा खिचू गल कर रहा। जिथे सर्व कला सम्राट दी गल आ जाए उत्थे मत्था टेक देना चाहिए है। उत्थे एक बचन है बंदे दी जे कोई मशीन नहीं जा कोई टूटी ला के नहीं देख सकता। आप ही कहने देखो कन ला के दे साह चलते ने कि नहीं, हार्ट नूं देखो, इहदी नबज देखो। गुरु साहब कहने दुनियावी हिकमत विच चलदी कोई नबज दिल दी धड़कन ते चलदे होए साह दा नाम जिंदगी है। कहन लगे सर्व कला समरथ जदों बचान ते आवे, नबज नाम ही चलदी होए बंदा तां भी जिंदा रहिंदा है। मेरी फिर बेनती है, जेते जी जीवे लै साह, सस्से कन्ना हा, जेते जी जीवे लै साह, जिवाले तां के असाह। फिर बेनती सुनियो, साह असाह एड़ा गेतर ला दिता। जिन्ने जीव ने हिकमत कह रही है साह लैण ते सवासां दा नाम जिंदगी है। विद्वाना ने कहा भी ना पाएदार जिंदगानी दुनिया इस कदर, हर सांस पर गुमा है कि कहीं आखिरी ना हो। कोई पता नहीं आखिरी ना, पर गुरु जी कह रहे यार जेते जी जीवे लै सा, जिवाले तां के असा। तुसी समास तो बिना भी जिंदगी दे सकते हो। जिन्हों आप पढ़ने प्रभ भावै बिन सास ते रख। मेरी बेनती है उस सर्व कला सम्राट अगे नमस्कार करना है, डंडे की तरह समर्पण करना है। हुण उत्थे मंगिया की है, बेनती है अडोलता मंगी है। कोई चीज भी, नितनेम भी, सिमरन भी, बाणी भी, वैसे दास तकरीबन इस तुहानू पता होना दरबार साहब दी पहली चौकी ते मंगल यही हुंदा है, डोलन ते राखो प्रभु नानक देकर हाथ। में कहना ज्यादा पाठ ना भी आंदा होवे, सिर्फ 2 तुक चेते रख लीए। गुरमुखो किते भी जाइए, जिथे मन तिलकण बादी विच डिगदा दिसे, बस इन्ने कह दिए डोलन ते राखो प्रभु नानक देकर हाथ। हजूर ने फरमाया डंडौत बंधन अनक बार, सर्व कला सम्राट डोलन ते राखो प्रभु नानक देकर हाथ। हाथ दे के रख लो जी। फिर अर्ज सुनियो थोड़ा जिहा, क्योंकि ये तो सलोक ही इन्ना रमज भरिया है। जिन्हों गुरु हथ दे के रखे उन्होंने दुनिया की कोई ताकत भी खत्म नहीं कर सकती। हाथ दे के रख लो। दूसरा बचन भाई साहब जी ने पढ़िया भगत कबीर साहब जी का। फिर बेनती है, तू मेरो मेल पर्वत स्वामी, ओट गही में तेरी, ना तुम डोलो ना हम गिरते, रख लीनी हर बेरी। बड़ा प्रकरण कमाल दा बनाया भाई साहब। तुसी मैनूं लग रहा सी अज थोड़े जे मायूस हो कह रहे सन भी, क्योंकि जो पहला तैयारी की होए मैं उदों सोच रहा सा, पहला मंगिया भी मैनूं डोलन तो रख लो। दूसरा बचन सी कि रुख दे टान ते कोई बैठा होवे ओदे डोलन दी गुंजाइश है। मान लो वृक्ष दा टान, ओदे ते आदमी बैठा, तेज हवा चले ते गुरमुखो जे टान हिलेगा, जे रुख डोलेगा ते बैठा होया जरूर डोलेगा। जिदा ओसरा आसरा लिया जे ओ डोल रहा है, ते जिन्हें आसरा लिया वो कदी अडोल ही नहीं हो सकता।
रुख डोल सकता है पर पहाड़ अडोल है। वैगुरु माया डोलनी है पर तेरे चरण अडोल ने। तू समेर पर्वत की तरह मैं तुहाडी ओट लई, ना तुसी डोलना ते ना मैं डिगना है। किड्डा वड्डा सहारा है। तू मेरो मेर पर्वत स्वामी, ओट गही मैं तेरी, ना तुम डोलो ना हम गिरते, रख लीनी हर मेरी। तुसी मेरी रख रही, तुसी डोलना नहीं ते मैं डिगना नहीं। तीसरा बचन भाई साहब, अमृत नाम नरमोलक हीरा। एक तुसी पढ़िया सी, मन ना डिगे तन काहे को डराए। तिन्ने चारे शब्द ही सन ना जी। ओ शब्द में चलो पहला ले लेना, कबीर साहब का दूसरा शब्द सी, मन ना डिगे तन काहे को डराए, चरण कमल चित रहो समाए। जे मेरा मन अडोल है ते तन नू कोई नहीं डुला सकता। इस नू थोड़ी जी बेनती ध्यान नाल गुरमुखो सुनियो। मन दा डोलना ही तन दा डोलना है। जिदा मन अडोल हो जाए उन्होंने कदी तन नू कोई डुला ही नहीं सकता। मन ਇਹਦੇ ਚ ਫੁਰਨਾ ਉੱਠੇਗਾ ਤੇ ਅੱਖਾਂ ਡੋਲਣਗੀਆਂ, ਇਹਦੇ ਚ ਫੁਰਨਾ ਉੱਠੇਗਾ ਤੇ ਹੱਥ ਡੋਲਣਗੇ। ਜਿੱਥੇ ਮਨ ਦੀ ਅਡੋਲਤਾ ਹੈ ਉੱਥੇ ਤਨ ਦੀ ਅਡੋਲਤਾ ਹੈ। ਖਿਮਾ ਕਰਿਓ, ਜਿੱਥੇ ਮਨ ਅਡੋਲ ਨਹੀਂ, ਜਿੰਨਾ ਮਰਜੀ ਬੰਦਾ ਬਾਹਰੋਂ ਆਪਣਾ ਆਪ ਹੱਟ ਕਰੀ ਜਾ ਪਰ ਉਹਦਾ ਤਨ ਕਦੀ ਅਡੋਲ ਨਹੀਂ ਰਹਿ ਸਕਦਾ। ਭਗਤ ਸਾਹਿਬ ਨੇ ਭਾਵੇਂ ਸ਼ਬਦ ਗੰਗ ਗੁਸਾਇਣ, ਇਹ ਸ਼ਬਦ ਸੀ, ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ तन काहे को डराए। पर की अपनी ताकत नाल। हुण अगली गल फिर सुनियो, कहन लगे मन इस करके नहीं डोल रहा जिदे चरण कमलों च मैं चुत जोड़ी बैठा हूं, आप कदी नहीं डोलदा। फिर अर्ज है, मन ना डिगे तन काहे को डराए, चरण कमल चित रहो समाए। अज मैं एक बेनती होर करके जानी है। भाई साहब ने सलाह मैं की इस गल दी। अगे कहने, गंगा की लहर मेरी टुटी जंजीर, मृगशाला पर बैठे कबीर। उस तो अगला बचन जिहड़ा सी, अमृत नाम निर्मोलक हीरा, जिसका तन मन धन सब तिसका सोई सुगड़ सुजानी, तिन ही सुनिया दुख सुख मेरा, तो बिद नीकी खटानी, जी की एक ही पहमानी। इस जिंद दी बेनती सिर्फ एक अकाल पुरख कोल मन्नी जानी है। अवर जतन कर रहे बो तेरे तिन तिल नहीं कीमत जानी। एक तो बिना जिन्ने मर्जी जतन कर तेन समझ नहीं पैनी। महाराज कहते हैं कि इस बचन सी, अमृत नाम निर्मोलक हीरा। वाहिगुरु जी दा नाम अमृत निर्मोलक हीरा, गुर दीनो मंतानी। मेरे सतगुरु ने मैनू नाम अमृत मंत्र दिता। ये मंत्र इन्नी ताकत रखता, डिगा ना डोला, ना इस नाम ने डिगना है ना इसने डोलना है। ते अंदर दी तृप्ति भी केवल ये नाम दा हीरा ही कर सकता है। ये भी डोलता सी जी। अमृत नाम निर्मोलक हीरा, गुर दीनो मंतानी, डिगा ना डोला, दृढ़ कर रहे हो पूर्ण होए तृप्तानी। ये चार बचन भाई साहब जी ने पढ़े। इको सब्जैक्ट सी, अडोलता अडोलता अडोलता। अगला जरा भाई साहब भी कह रहे सन, ये असल च कृष्णा अवतार दा आखिरी बचन है, जिहड़ा अवर बासना नाहे प्रभ धर्म दुध कै चाहे। उस तो अगला ये बचन शब्द है, धन जियोते को जग में मुक्ते हर चित में जुद विचार है। थोड़ी जी मैं एक बेनती आपनू करनी है। भाई साहब अजमेर सिंह उन्हीं कथा गुरु सुतन का जिक्र कर रहे सन, दूना सिंह हडूरिये ने लिखी। एक साडा ग्रंथ है जिदा आम तौर ते, चलो असी अल्लाह यार खां योगी दा काफी शेयर लेने आ, पर जेडे यूनिवर्सिटियां च प्रोफैसर साहब ने तकरीबन स्कॉलर, वो बंदे किते किते सत्र ले लेंगे जे लैक्चर रूप होवेगा, पर खोज करने वाला बंदा जेड़ा है, रिसर्च करने वाला बंदा, वो वेखेगा ओदा समकाली इतिहास की है, उस वेले की लिखा गया। जेड़ा श्री गुरु शोभा है कवि सैनापत सिंह जी दा, जिन्होंने भाई सैना सिंह भी कहते हैं कई विद्वान, उन्होंने जेड़ा गुरु शोभा लिखा है, ये एक टपला उन्हें जरूर खाधा। चलो वैगुरु जाने, वो साहिबजादियां दी शहीदी का थां वखरा वखरा दस दिया। इत्थे बाबा जुझार सिंह दी शहीदी का जिक्र कर रहे हैं, नामां दा फर्क है, पर उहदे विच
ਜਿਹੜੀ ਗੱਲ ਉਹਨਾਂ ਕਹੀ, ਜਿਹੜੀ ਮੈਂ ਅੱਜ ਬੇਨਤੀ ਕਰਨੀ ਚਾਹਨਾ, ਇਹ ਸਾਡੇ ਸਾਰਿਆਂ ਦੇ ਮਨ 'ਚ ਹੈ। ਉਹਨਾਂ ਨੇ ਸ਼ਬਦ ਵਰਤਿਆ, ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ। ਫਿਰ ਸੁਣਿਓ, ਧੰਨ ਧੰਨ ਗੁਰਦੇਵ ਸੁਤ, ਕਿਉਂਕਿ ਸਰਹੰਦ ਦਾ ਜ਼ਿਕਰ ਬੜੇ ਥੋੜੇ ਥਾਵਾਂ 'ਚ ਕੀਤਾ ਉਹਨਾਂ। ਇਹਦਾ ਅਰਥ ਹੋ ਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਧੰਨ ਨੇ, ਧੰਨ ਨੇ, ਧੰਨ ਨੇ। ਉਹ ਬੰਦਾ ਸਮਕਾਲੀ ਹੈ, ਗੁਰੂ का कवि है। ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ, ਧਰਮ ਰਾਖ ਕਲ ਮੋ ਗਏ, ਦਾਦੇ ਸੋ ਜਸ ਲੀਨ। ਜਦੋਂ ਮੈਂ ਅੱਜ ਤੁਕ ਪੜ ਰਿਹਾ ਸਾਂ, ਮੇਰੇ ਮਨ 'ਚ ਆਇਆ, ਅਸੀਂ ਕਿਉਂ ਕਹਿ ਰਹੇ ਹਾਂ ਕਿ ਤੁਸੀਂ ਬਾਲ ਵੀਰ ਦਿਵਸ ਨਾ ਮਨਾਓ। ਇਸ ਨੁਕਤੇ ਨੂੰ ਥੋੜਾ ਸੁਣਿਓ, ਮੇਰੀ ਬੇਨਤੀ, ਆਪਾਂ ਕਿਸੇ ਦੇ ਵਿਰੋਧ 'ਚ ਨਹੀਂ। ਉੱਥੇ ਉਹਨਾਂ ਨੇ ਇਹ ਸ਼ਬਦ ਨਹੀਂ ਵਰਤਿਆ, ਉਹਨਾਂ ਨੇ ਕਿਹਾ ਗੁਰੂ ਦੇ ਪੁੱਤਰ ਨੇ। ਪਰ ਇਹਨਾਂ ਪੁੱਤਰਾਂ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਜਿਹੜੀ ਕੁਰਬਾਨੀ ਕੀਤੀ, ਇਹਨਾਂ ਦੀ ਕੁਰਬਾਨੀ ਆਪਣੇ ਦਾਦੇ ਦੇ ਬਰਾਬਰ ਹੈ। ਫਿਰ ਅਰ ਸੁਣਿਓ ਠੰਡੇ ਦਿਲ ਨਾਲ, ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ, ਧਰਮ ਰਾਖ ਕੁਲ ਮੈਂ ਕਲ ਮੈਂ ਗਏ, ਦਾਦੇ ਸਿਉ ਜਸ ਲੀਨ। ਫਿਰ ਗੁਰੂ ਸੁਤਨ ਵਿੱਚ ਜਿਹੜਾ ਦੂਨਾ ਸਿੰਘ ਹੰਡੂਰੀਆ ਹੈ, ਉਹ ਵੀ ਗੱਲ ਕਹਿੰਦਾ, ਧਰਮ ਕਲਾ ਕੀ ਟੇਕ ਜਿਮ, ਤੇਗ ਬਹਾਦਰ ਲੀਨ। ਇਹ ਉਹਦੇ 17 ਨੇ। ਧਰਮ ਕਲਾ ਕੀ ਟੇਕ ਜਿਮ, ਤੇਗ ਬਹਾਦਰ ਲੀਨ, ਸੀਸ ਦਿਓ ਸਿਰ ਨਾ ਦਿਓ, ਤ੍ਰੈ ਲੋਕੀ ਜਸ ਲੀਨ। ਇਹਦਾ ਮਤਲਬ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਹਵਾਲਾ ਦੇ ਰਿਹਾ, ਤੇ ਦੋਨੋਂ ਨੇੜੇ ਨੇੜੇ ਕਵੀ ਨੇ। ਮੇਰੀ ਫਿਰ ਬੇਨਤੀ, ਉਸ ਵਕਤ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਲਖਾਰੀਆਂ ਦੇ ਅੰਦਰ ਸਾਈਕੀ ਕੀ ਸੀ, ਉਹ ਕਿਸ ਤਰੀਕੇ ਨਾਲ ਕਹਿ ਰਹੇ ਸਨ। ਫਿਰ ਮੈਂ ਰਿਪੀਟ ਕਰਨਾ ਵਾ ਕਿ ਉਹ ਸ਼ਬਦ ਕਹਿ ਰਹੇ ਨੇ, ਧਰਮ ਕਲਾ ਕੀ ਟੇਕ ਜਿਮ, ਤੇਗ ਬਹਾਦਰ ਲੀਨ, ਸੀਸ ਦਿਓ ਸਿਰ ਨਾ ਦਿਓ, ਤ੍ਰੈ ਲੋਈ ਜਸਲੀਨ। ਜਿਨ੍ਹਾਂ ਨੇ ਸਿਰ ਦੇ ਦਿੱਤਾ ਪਰ ਆਪਣਾ ਸਿਰ ਨਹੀਂ ਦਿੱਤਾ। ਅੱਗੇ ਕਹਿੰਦੇ ਗੁਰੂ ਤੇਗ ਬਹਾਦਰ ਕੇ ਪੋਤਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਿਕਰ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਕੇ ਪੂਤ, ਤੇ ਗੁਰੂ ਤੇਗ ਬਹਾਦਰ ਕੇ ਪੋਤਰੇ ਗੋਬਿੰਦ ਸਿੰਘ ਕੇ ਪੂਤ। ਅੱਗੇ ਉਹ ਲਿਖਦੇ ਨੇ ਕਿ ਧਰਮ ਰਾਖ ਸਿਸਨ ਦਿਓ, ਜਿਨ੍ਹਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਧਰਮ ਨੂੰ ਰੱਖ ਲਿਆ, ਪਰ ਆਪਣੇ ਦੋਨਾਂ ਭਰਾਵਾਂ ਨੇ ਸਿਰ ਦੇ ਦਿੱਤੇ ਆ। ਫਿਰ ਅਰਜ ਕਰ ਧਿਆਨ ਨਾਲ ਇਸ ਚੀਜ਼ ਨੂੰ, ਧਰਮ ਰਾਖ ਸੀਸਨ ਦਿਓ, ਸੀਸਨ ਬਹੁਵਚਨ ਜੀ, ਸੀਸ ਦੇ ਦਿੱਤੇ, ਧਰਮ ਰੱਖ ਲਿਆ। ਉੱਥੇ ਉਹ ਕਵੀ ਦੂਨਾ ਸਿੰਘ ਹਡੂਰੀਆ ਲਿਖਦਾ ਪਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਤਰ੍ਹਾਂ ਉਹਨਾਂ ਦੇ ਪੋਤਿਆਂ ਨੇ ਸਿਰ ਨਹੀਂ ਜਾਣ ਦਿੱਤਾ, ਸੀ ਨਹੀਂ ਮੂੰਹ ਤੋਂ ਕਹੀ, ਉਹਨਾਂ ਆਪਣਾ ਸਿਰ ਦੇ ਦਿੱਤਾ, ਪਰ ਧਰਮ ਨੂੰ ਲਾਜ ਨਹੀਂ ਲੱਗਣ ਦਿੱਤੀ। ਇਹ ਸ਼ਬਦ ਵਰਤੇ ਪਏ। ਫਿਰ ਅਗਲੀ ਗੱਲ ਉਹ ਕਹਿੰਦਾ ਕਿ ਦੇਖੋ, ਧਰਮ ਰਾਖ ਸਿਸਨ ਦਿਓ। ਉਹ ਕਹਿ ਰਿਹਾ ਹੈ ਕਿ ਪਰਬਲ ਪੰਥ ਸੋ ਸੂਤ, ਕਹਿੰਦੇ ਨੇ ਉਹਨਾਂ ਦੇ ਸਿਰ ਦੇਣ ਤੋਂ ਬਾਅਦ ਇਸ ਪੰਥ ਦੇ ਵਿੱਚ ਬਹੁਤ ਚੜ੍ਹਦੀ ਕਲਾ ਹੋਈ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਕਿ ਕਿਸੇ ਬੱਚੇ ਤੇ ਇਦੋਂ ਪਹਿਲਾਂ ਧਰਮੀ ਬੱਚੇ ਤੇ ਜ਼ੁਲਮ ਹੋਇਆ? ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਇੱਕ ਤੇ ਹੋਇਆ। ਆਪਾਂ ਬਾਣੀ ਚੋਂ ਲਾਂਗੇ, ਮੈਂ ਕਿਸੇ ਹੋਰ ਇਸਤਰੀ ਚੋਂ ਨਹੀਂ ਆਪਾਂ ਲੈਣਾ, ਪਰ ਜਿਸ ਤੇ ਜ਼ੁਲਮ ਹੋਇਆ ਉਹਦੇ ਬਾਰੇ ਕਿਹਾ ਗਿਆ ਬਿਲਕੁਲ ਨਹੀਂ ਡੋਲਿਆ। ਜ਼ੁਲਮ ਹੋਇਆ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਬਿਲਕੁਲ ਨਹੀਂ ਡਰ ਰਹੇ, ਕਿਉਂਕਿ ਆਪ ਸਭ ਨੂੰ ਪਤਾ ਹੈ, ਬਾਣੀ ਪੜਨ ਵਾਲਿਆਂ ਨੂੰ ਵਿਸ਼ਾ ਮੈਂ ਜਿਹੋ ਜਿਹਾ ਲਿਆ ਹੈ, ਧਰੂ ਜੀ ਦਾ ਜ਼ਿਕਰ ਅਸੀਂ ਕਰਨੇ। ਮੈਂ ਜੀ ਕਹਾਂਗਾ ਨਾ ਜੀ, ਕਿਉਂਕਿ ਚਲੋ ਆਪਣੀ ਕਥਾ ਕਰਦਿਆਂ ਕਹਿੰਦੇ ਨੇ ਜੀ ਜਿਹੜਾ ਮਥਿਆਸ ਹੈ ਨਾ ਜੀ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰੂ ਸਾਹਿਬ ਕਹਿੰਦੇ ਆ ਕਿ ਉਹਨਾਂ ਨੇ ਬੰਦਗੀ ਕੀਤੀ। ਭਗਤ ਧਰੂ ਜੀ ਦੀ ਤਾਂ ਉਮਰ ਵੀ ਦੱਸੀ ਬਾਣੀ ਚ, 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ, ਕਿ 5 ਸਾਲ ਦਾ ਬੱਚਾ। ਹੁਣ ਫਰਕ ਇੰਨਾ ਹੈ ਕਿ ਸੱਚ ਦੀ ਆਵਾਜ਼ ਜਦੋਂ ਕਿਸੇ ਹਿਰਦੇ ਵਿੱਚ ਪੈਦਾ ਹੋ ਜਾਏ, ਅਸੀਂ ਚਲੋ ਕਥਾ ਕਰਦਿਆਂ ਕਹਿ ਦਿਆਂਗੇ ਬਾਲ ਬੱਚੇ, ਪਰ ਆਪਣੇ ਅੰਦਰ ਨੂੰ ਪੁੱਛ ਕੇ ਦੇਖੋ, ਅਸੀਂ ਸਾਰੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਆ, ਅਸੀਂ ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ ਆ। ਇੱਕ ਬੱਚਾ ਹੈ ਜਿਹਦੇ ਅੰਦਰ ਸੱਚ ਦੀ ਇੱਕ ਚਿੰਗ ਪੈਦਾ ਹੋਈ। ਤੇ ਕਮਾਲ ਦੀ ਗੱਲ, ਕਦੀ ਵੀ ਕਿਸੇ ਦੀ ਔਲਾਦ ਨੂੰ ਤੇ ਕਿਸੇ ਦੇ ਮਾਪਿਆਂ ਨੂੰ ਦੇਖ ਕੇ ਤਰਕ ਨਾ ਕੱਸਿਆ ਕਰੀਏ।
तू आ ते तेरे न्याणे की, ते कदी ये ना कहिए तू बंदगी करना तेरे मां बाप की। हरनाक्ष ने पूरी सारी दुनिया जिथे उहदा राज सी उन्हें धरती वस करके क्या सी, कोई परमात्मा नाम दा जिक्र ना करे, सिर्फ हरनाक्ष हरनाक्ष। परमात्मा ने ओहदे घर ही पैदा कर दिता जिहड़ा अपने बाप दा विरोधी बन गया। आ साडे विच कोई खून दे, गुरमुखो सिੱਖੀ विच कोई खून दे रिश्ते दी अहमियत नहीं, इत्थे सिर्फ विचार दे रिश्ते दी अहमियत है। जे गुरमत है ते सक्के भरावां वर्गे आ, जे गुरमत नहीं ते खून दा भी रिश्ता की। खिमा करियो मैं सुक्के जे शब्द कह दिते। बलिहारी तिना गुरसिखां उन्हां तो कुर्बान जाना, पुत्र मित्र गुर भाई इठा, ਜਿਹੜੇ ਆਪਣੇ ਪੁੱਤਰਾਂ ਤੇ ਆਪਣੇ ਯਾਰਾਂ ਤੋਂ ਵੱਧ ਗੁਰ ਭਾਈ ਨੂੰ ਪਿਆਰ ਕਰਦੇ ਆ, ਉਹਨਾਂ ਦਾ ਰਿਸ਼ਤਾ ਹੋਵੇ। ਸੁਣਿਓ ਬੇਨਤੀ। ਹੁਣ ਪ੍ਰਹਿਲਾਦ ਉਸ ਕੋਲ ਚ ਤੁਸੀਂ ਕਹੋਗੇ ਜੀ ਉਦਾਹਰਨ ਕੈਸੀ ਲੈਣ ਲੱਗਾ, ਮੈਂ ਬੇਨਤੀ ਕਰਨੀ ਚਾਹਨਾ ਕਿਉਂਕਿ ਇਹ ਗੱਲ ਸ਼ੁਰੂ ਹੋ ਚੁੱਕੀ ਹੈ, ਪਰ ਅਸੀਂ ਗੁਰਬਾਣੀ ਦਾ ਸਹਾਰਾ ਲਾਂਗੇ ਜੀ। ਉਸਨੇ ਕਿਹਾ ਮੈਂ ਨਹੀਂ ਮੰਨਦਾ, ਮੈਂ ਬਾਪ ਦੀ ਗੱਲ ਨਹੀਂ ਮੰਨਦਾ। ਤੇ ਖਾਸ ਕਰਕੇ ਯਾਦ ਰੱਖਿਓ ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ ਤੇ ਗੁਰੂ ਅਮਰਦਾਸ ਦੀ ਬੜੀ ਡਿਟੇਲ ਦਿੰਦੇ ਆ। ਧੰਨ ਗੁਰੂ ਅਮਰਦਾਸ ਮਹਾਰਾਜ, ਉਹ ਤਾਂ ਪੂਰੇ ਤੇ ਪੂਰੇ ਸ਼ਬਦ ਇਸ ਸੰਬੰਧੀ ਦਿੰਦੇ ਆ। ਉਹਨੇ ਕਿਹਾ ਮੈਂ ਬਾਪ ਦਾ ਨਾਂ ਨਹੀਂ ਜਪਣਾ, ਮੈਂ ਪਰਮਾਤਮਾ ਨੂੰ ਜਪਾਂਗਾ। ਉਮਰ ਬੱਚੇ ਵਾਲੀ ਹੈ, ਪਰ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿੰਦਾ ਵੇਖੋ ਰੱਬ ਦੇ ਰੰਗ ਹੋਏ, ਰੂਹਾਨੀਅਤ ਵਿੱਚ ਕੁਝ ਵੀ ਹੋ ਸਕਦਾ, ਸਰਵ ਕਲਾ ਸਮਰੱਥ। ਇੱਥੇ ਜ਼ਰਖੇਜ ਮਿੱਟੀ ਦੇ ਵਿੱਚ ਫਸਲ ਉਗਦੀ ਏ, ਕਹਿੰਦਾ ਹਰਨਾਕਸ਼ ਵਰਗਾ ਕਲਰ, ਉਸ ਕਲਰ ਵਿੱਚ ਰੱਬ ਨੇ ਪ੍ਰਹਿਲਾਦ ਵਰਗਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ। ਕਲਰ ਹੀ ਹੈ ਨਾ, ਸੁੱਕਾ ਪਿਆ ਹੈ। ਉਹਨੇ ਕਿਹਾ ਮੈਂ ਨਹੀਂ ਜਪਣਾ। ਤੇ ਗੁਰੂ ਗ੍ਰੰਥ ਸਾਹਿਬ ਚ ਮੈਂ ਇੱਕ ਦੋ ਸ਼ਬਦ ਸਿਰਫ ਕਹਿਣਾ ਵਾ। ਇਹ ਗੱਲ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਉਸ ਵਕਤ ਜਵਾਬ ਦਿੱਤਾ, ਬਹੁਤ ਸਮਾਂ ਪਹਿਲਾਂ ਬਬਾਣੀਆਂ ਕਹਾਣੀਆਂ ਵਿੱਚ ਉਹਨਾਂ ਜਦੋਂ ਗੁਰੂ ਅਰਜਨ ਸਾਹਿਬ ਬਾਰੇ ਲਿਖਿਆ ਤੇ ਸ਼ਹੀਦਾਂ ਦੇ ਸਰਤਾਜ ਦੇ ਸਰਲੇਖ ਥੱਲੇ ਉਹਨਾਂ ਨੇ ਇੱਕ ਗੱਲ ਕਹੀ ਸੀ। ਉਹ ਕਹਿੰਦੇ ਸਨ ਕਿ ਪੰਜਵੇਂ ਸਤਿਗੁਰੂ ਲਾਹੌਰ 'ਚ ਤੱਤੀ ਤਵੀ ਤੇ ਬੈਠੇ ਤੇ ਲੋਕ ਕਹਿਣ ਪ੍ਰਤਾਖਰ ਨੇ ਰੇਤ ਕਿਉਂ ਨਹੀਂ ਠੰਡੀ ਹੋ ਗਈ। ਅੱਜ ਵੀ ਹੈ ਨਾ ਜੀ, ਇਹ ਕਿਉਂ ਨਾ ਕਲਾ ਵਾਪਰੀ ਇੱਥੇ। ਉਹਨੇ ਭਾਈ ਸਾਹਿਬ ਪੈਰ ਕੇ ਗਏ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਇੱਥੇ ਕਿਉਂ ਨਾ ਕੁਝ ਵਾਪਰਿਆ। ਉਹਨਾਂ ਕਿਹਾ ਕਿ 2-3 ਵਾਰੀ ਅੱਗ ਰੱਬੀ ਪਿਆਰਿਆਂ ਦੇ ਸਾਹਮਣੇ ਆਈ। ਇੱਕ ਵਾਰੀ ਨਮਰੂਦ ਦੀ ਕਚਹਿਰੀ ਸੀ, ਇਬਰਾਹਿਮ ਦੇ ਸਾਹਮਣੇ ਆਈ। ਉਹਨੇ ਭਖਦੇ ਹੋਏ ਕੋਲੇ ਵਿਛਾ ਕੇ ਕਿਹਾ ਕਿ ਇਹਨਾਂ ਕੋਲਿਆਂ ਦੇ ਉੱਤੋਂ ਨਗਨ ਪੈਰ ਲੰਘੋ। ਕਹਿੰਦੇ ਨੇ ਅੱਲਾ ਨੇ ਜਿਹੜੇ ਅੰਗਿਆਰ ਸਨ ਉਹ ਗੁਲਜ਼ਾਰ ਬਣਾ ਦਿੱਤੇ, ਭਖਦੇ ਹੋਏ ਕੋਲੇ ਫੁੱਲ ਬਣ ਗਏ। ਪ੍ਰਹਿਲਾਦ ਜੀ ਦਾ ਜ਼ਿਕਰ ਕਰਦੇ ਆ, ਤੱਤੇ ਥੰਮ ਦਾ ਜ਼ਿਕਰ ਹੁੰਦਾ। ਉਂਝ ਗੁਰਬਾਣੀ ਚ ਮਹਾਰਾਜ ਨੇ ਅੱਗ ਦਾ ਵੀ ਜ਼ਿਕਰ ਕੀਤਾ। ਕਹਿੰਦੇ ਉਹ ਹਰ ਤੱਤ ਆਪਣਾ ਸੁਭਾਅ ਬਦਲ ਗਿਆ, ਥੰਮ ਠੰਡੇ ਹੋ ਗਏ। ਪਰ ਦੁਨੀਆ ਨੇ ਕਿਹਾ ਜੇ ਨਾ ਠੰਡੇ ਹੁੰਦੇ ਫਿਰ ਅਡੋਲਤਾ ਕੀ ਹੁੰਦੀ। ਜੇ ਸੱਚੀ ਮੁੱਚੀ ਅੰਗਾਰ ਗੁਲਜ਼ਾਰ ਨਾ ਬਣਦੇ, ਜੇ ਸੱਚੀ ਮੁੱਚੀ ਇਹ ਥੰਮ ਨਾ ਠੰਡਾ ਹੁੰਦਾ। ਪੁਰਾਣੇ ਲੋਕ ਤਾਂ ਗਾਉਂਦੇ ਹੁੰਦੇ ਸਨ, ਇੱਕ ਨਿੱਕੀ ਜੀ ਪਿੰਡਾਂ 'ਚ ਗਾਉਂਦੇ ਸਨ ਜੀ, ਮੈਨੂੰ ਵੈਗਰੂ ਬਖਸ਼ ਦਿਆ ਜੇ, ਕੀੜੀ ਨਾ ਬੰਦੋ ਰਾਮਾ। ਉਂਝ ਗੁਰਬਾਣੀ 'ਚ ਨਹੀਂ ਇਹਦਾ ਜ਼ਿਕਰ ਆਇਆ। ਪ੍ਰਹਿਲਾਦ ਨਾ ਡਰਾ ਕਿਸੇ ਦਾ ਡਰਾਇਆ। ਗੁਰਬਾਣੀ 'ਚ ਕਿਹਾ ਹੈ ਸਾਸਨਾ ਤੇ ਬਾਲਕ ਗਮ ਨਾ ਕਰੇ। ਇਹ ਯਾਦ ਰੱਖਿਓ, ਪ੍ਰਹਿਲਾਦ ਡੋਲੇ ਨਹੀਂ, ਉਹਨਾਂ ਨੇ ਬਿਲਕੁਲ ਡਰਾਵਾ ਨਹੀਂ ਮੰਨਿਆ, ਪਰ ਤੱਤਾਂ ਦਾ ਸੁਭਾਅ ਤਾਂ ਬਦਲ ਗਿਆ ਨਾ। ਭਗਤ ਨਾਮਦੇਵ ਜੀ ਕਹਿੰਦੇ ਬਸ ਦਾ ਬਸ ਕੀਨੀ ਸਭ ਰਾਜੇ, ਬਿੰਤੀ ਕਰੇ ਪਤਰ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤੋਂ ਔਰ ਠਾਨੀ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ, ਗੇਰ ਤਰ ਜਲ ਜਵਾਲਾ ਭੈ ਰਾਖਿਓ। ਮੈਂ ਸਿਰਫ ਇੱਕ ਤੋਂ ਕਹਿਣ ਲੱਗਾ, ਜਿਹੜੇ ਬਾਣੀ ਸਮਝਣ ਵਾਲੇ ਆ, ਪਹਾੜ ਤੋਂ ਸੱਟਿਆ, ਰੁੱਖ ਤੋਂ ਸੱਟਿਆ, ਪਾਣੀ 'ਚ ਘੱਤਿਆ, ਅੱਗ 'ਚ, ਹਰ ਥਾਂ ਤੇ ਪ੍ਰਹਿਲਾਦ ਬਚ ਗਏ। फिर बेनती है दुष्ट सभा मिल मंत्र पकाया, करसै औद कनेरी, गेर तल जल ज्वाला पै राख्यो, राजा राम माया फेरी। फिर कांड खड़क काल पै को प्यो, मोए बताओ
ਜੋ ਤੋ ਰੱਖ ਹੈ ਪੀਤ ਪਿਤੰਬਰ ਤਿਰਭਵਨ ਧਣੀ ਥੰਬ ਮੈਂ ਹਰ ਭਾਖ ਹੈ। ਇਹ ਭਗਵਤ ਪੁਰਾਣ ਚ ਜੀ ਮੈਂ ਵੀ ਨਹੀਂ ਜੋ ਹੈ ਸਾਡੇ ਕੋਲ ਥੰਮ ਪਾਟਿਆ। ਪਰ ਮੈਂ ਇੱਕ ਬੇਨਤੀ ਕਰਾਂ, ਪ੍ਰਹਿਲਾਦ ਅਡੋਲ ਰਹੇ ਆ, ਤੱਤਾਂ ਦੇ ਸੁਭਾਅ ਬਦਲ ਗਏ। ਉਹਨਾਂ ਨੇ ਇੱਕ ਗੱਲ ਕਹੀ ਪਰ ਲੋਕਾਂ ਦੇ ਮਨ ਚ ਸ਼ੰਕਾ ਸੀ, ਜੇ ਫਿਜ਼ੀਕਲ ਤੌਰ ਤੇ ਤਸ਼ੱਦਦ ਹੁੰਦਾ ਕੀ ਅਡੋਲਤਾ ਰਹਿੰਦੀ? ਯਾਦ ਰੱਖਿਓ ਇਹ ਨੀਆਂ, ਇਹ ਬੁਰਜ ਇਸ ਗੱਲ ਦੀ ਗਵਾਹੀ ਦਿੰਦਾ ਪਿਆ ਰੱਬ ਨੇ ਇੱਥੇ ਵੀ ਕਰਾਮਾਤ ਵਰਤਾਈ। ਜੇ ਜ਼ਾਲਮ ਜ਼ੁਲਮ ਕਰਨ ਦੀ ਅੱਤ ਕਰਦੇ ਉਹਦੇ ਅੱਗੇ ਖਲੋਤਾ ਹੋਇਆ, ਸੱਚੀ ਮੁੱਚੀ ਨੀਆਂ ਚ ਵੀ ਖਲੋ ਕੇ ਅਡੋਲ ਹੈ। ਤੇ ਯਾਦ ਰੱਖਿਓ ਉਹ ਖੰਜਰ ਤੇ ਖੰਡੇ ਦੇ ਥੱਲੇ ਵੀ ਅਡੋਲ ਹੈ। ਮੇਰੀ ਫਿਰ ਬੇਨਤੀ ਹੈ ਕਿ ਅਸਲ ਚ ਜੇ ਕੋਈ ਕਹਿਣ ਲੱਗ ਪਿਆ ਵੀ ਇਹ ਸ਼ਬਦ ਕਹਿ ਰਿਹਾ ਗੰਗਾ ਕੀ ਲਹਿਰ ਮੇਰੀ ਟੁੱਟੀ ਨਜ਼ੀਰ, ਭੁਜਾ ਬਾਂਧ ਪਿਲਾ ਕਰ ਡਾਰਿਓ, ਜਿਉ ਨਿਉ ਨਾਮਾ ਹਰ ਗੁਣ ਉਚਰੈ। ਮੇਰੀ ਫਿਰ ਅਰਜ ਹੈ, ਭਗਤਾਂ ਨਾਲ ਇਹ ਕੁਝ ਵਾਪਰਿਆ ਪਰ ਇੱਥੇ ਵੀ ਵਾਪਰਿਆ। ਯਾਦ ਰੱਖਿਓ ਅਡੋਲਤਾ ਇੱਕੋ ਰੱਬ ਦੀ ਦਾਤ ਹੈ। ਕੇਵਲ ਤਨ ਦਾ ਬਚ ਜਾਣਾ ਹੀ ਅਡੋਲਤਾ ਨਹੀਂ ਹੁੰਦੀ, ਕਿਰਪਾ ਨਹੀਂ ਹੁੰਦੀ। ਸੁਰਤ ਦਾ ਬਚ ਜਾਣਾ ਸਭ ਤੋਂ ਵੱਡੀ ਕਿਰਪਾ ਹੁੰਦੀ ਹੈ ਕਿ ਸੁਰਤ ਨਾ ਡੋਲੇ, ਮਨ ਨਾ ਡਿਗੇ। ਗੁਰਮੁਖੋ ਕੱਲ ਨੂੰ ਅਸੀਂ ਦੇਖਾਂਗੇ ਕੀ ਨਹੀਂ ਹੋਇਆ, ਗਲੇਲੇ ਨਹੀਂ ਵੱਜੇ, ਸ਼ਮਕਾਂ ਨਹੀਂ ਵੱਜੀਆਂ। ਕੱਲ ਨੂੰ ਅਸੀਂ ਡਿਟੇਲ ਨਾਲ ਸਾਰੀ ਗੱਲ ਕਰਾਂਗਾ ਮੈਂ। ਪਰ ਮੇਰੀ ਬੇਨਤੀ ਹੈ, ਭਾਈ ਵੀਰ ਸਿੰਘ ਕਹਿੰਦੇ ਆ ਕਿ ਕੇਵਲ ਉੱਚੀ ਬੋਲਣ ਦਾ ਨਾਮ ਚੜ੍ਹਦੀ ਕਲਾ ਨਹੀਂ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਾਧ ਹੀ ਰੱਖਣਾ। ਇੱਥੇ ਸੁਰਤ ਦੀ ਅਡੋਲਤਾ ਹੈ। ਇੱਥੇ ਨਾ ਜਲਾਦ ਦਾ ਸੁਭਾਅ ਬਦਲਿਆ, ਇੱਥੇ ਭੋਗ ਤੁਖਾਰ ਵੀ ਉਸ ਤਰ੍ਹਾਂ ਹੈ। ਪਰ ਯਾਦ ਰੱਖਿਓ ਹਰ ਚੀਜ਼ ਵਿਰੋਧ ਵਿੱਚ ਹੈ। ਇੱਥੇ ਸਿਰਫ ਇੱਕ ਦੋ ਬੰਦੇ ਛੱਡ ਕੇ ਸ਼ੇਰ ਮੁਹੰਮਦ ਖਾਨ ਹਾਂ ਦਾ ਨਾਰਾ ਮਾਰ ਕੇ ਗਏ, ਮੋਤੀ ਰਾਮ ਮੇਰਾ ਦੁੱਧ ਪਿਆਰਿਆ ਹੈ। ਬਾਕੀ ਤਾਂ ਸਾਰੇ ਵਿਰੋਧੀ ਬੈਠੇ ਆ ਨਾ। ਸਮਾਂ, ਸਥਾਨ ਤੇ ਲੋਕ ਵਿਰੋਧ ਵਿੱਚ ਨੇ। ਮੈਂ ਇੱਕ ਬੇਨਤੀ ਹੋਰ ਕਰਾਂ, ਅਡੋਲ ਕਿਵੇਂ ਨੇ ਬੱਚੇ ਨੂੰ? ਇਸ ਕਹਾਣੀ ਦਾ ਜ਼ਿਕਰ ਜਿਹੜੇ ਵਿਦਵਾਨ ਪੜ੍ਹਦੇ ਆ, ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਸਿਰਫ ਕੀਤਾ ਹੈ। ਬੀਰ ਮਰਗੇਸ਼ ਗ੍ਰੰਥ ਹੈ, ਵੈਸੇ ਕਾਫੀ ਵੱਡਾ ਹੈ ਜੀ ਪੜ੍ਹਨ ਵਿੱਚੋਂ। ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਸੰਬੰਧੀ ਜੇ ਉਹੀ ਗ੍ਰੰਥ ਹੋਵੇ ਤਾਂ ਉਹਦੇ ਵਿੱਚੋਂ ਕਹਿੰਦੇ ਆ ਕਿ ਸਾਹਿਬਜ਼ਾਦੇ, ਕਿਉਂਕਿ ਕੱਲ ਵੀ ਮੈਂ ਕਿਹਾ ਜਾਂਦਾ ਜੀ ਕਿ ਰਵਾ ਦੇਣਾ ਜੀ ਚੜ। ਮੈਂ ਤੁਹਾਨੂੰ ਫਿਰ ਬੇਨਤੀ ਕਰਾਂ, ਜਿੰਨਾ ਮਰਜੀ ਆਪਣੇ ਆਪ ਨੂੰ ਰਾਠ ਕਹੋ, ਬਾਬਾ ਬੰਦਾ ਸਿੰਘ ਬਹਾਦਰ ਚੱਪੜ ਚਿੜੀ ਚ ਚੀਰ ਕੇ ਜਦੋਂ ਇੱਥੇ ਆਇਆ ਨਾ, ਇਹਨਾਂ ਇੱਟਾਂ ਉੱਤੇ ਸਿਰ ਰੱਖ ਕੇ ਰਾਠ ਬੰਦੇ ਦੀਆਂ ਅੱਖਾਂ ਚੋਂ ਨੀਰ ਵਹਿ ਤੁਰਿਆ ਸੀ। ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਦੇ ਲਾਲ ਸਿਰਫ ਇਹ ਘਟਨਾ ਦਾ ਜ਼ਿਕਰ ਉਹਨਾਂ ਨੇ ਕੀਤਾ। ਜਦੋਂ ਉਹਨਾਂ ਨਾਰਾ ਮਾਰਿਆ ਜੀ, ਹਾਂ ਦਾ ਨਾਰਾ ਮਾਰਿਆ, ਸੁਚਾਨੰਦ ਕਹਿੰਦਾ ਜੀ ਨਹੀਂ, ਇਹ ਬੱਚੇ ਨਾ ਸਮਝੋ। ਮੈਂ ਕਹਿੰਦਾ ਜਦੋਂ ਇਹ ਕਹਿੰਦਾ ਨੀਰੇ ਨੀਕੇ ਬਾਰਕ ਤੁਮ ਮਤ ਜਾਣੋ, ਉਹ ਲਫ਼ਜ਼ ਭਾਵੇਂ ਕਹਿ ਰਿਹਾ ਹੈ ਕਿ ਇਹਨਾਂ ਨੂੰ ਬੱਚੇ ਨਾ ਜਾਣੋ, ਪਰ ਮੈਨੂੰ ਇੰਜ ਲੱਗਦਾ ਉਹਨੂੰ ਚਿਹਰੇ 'ਚ ਦਿਸਦਾ ਇਹ ਬੱਚੇ ਨਹੀਂ, ਇਹ ਬਾਬੇ ਨੇ। ਇਹ ਉਹ ਚਿਹਰਾ ਜਿਹੜਾ ਦਿੱਲੀ ਦੇ ਵਿੱਚ ਅਡੋਲ ਬੈਠਾ ਸੀ। ਇਹ ਬੱਚੇ ਨਹੀਂ। ਇਹ ਇਸ ਮੁਲਕ ਨੂੰ ਵੀ ਚਾਹੀਦਾ, ਵੇਖੋ ਚੰਗਾ, ਬਹੁਤ ਚੰਗਾ ਕੀਤਾ, ਪਰ ਮੈਂ ਕਹਾਂਗਾ ਘੱਟੋ ਘੱਟ ਸਾਡੀਆਂ ਭਾਵਨਾ ਨੂੰ ਸਮਝ ਕੇ ਤੁਰੋ। ਅਸੀਂ ਬੱਚੇ ਨਹੀਂ ਮੰਨਦੇ, ਸਾਡਾ ਇਤਿਹਾਸ ਗਵਾਹੀ ਦਿੰਦਾ ਉਹ ਦਾਦੇ ਵਰਗੇ ਸਨ, ਉਹ ਬਾਬੇ ਨੇ ਸਾਡੇ। ਤੇ ਮੈਂ ਦੋ ਗ੍ਰੰਥਾਂ ਦਾ ਸਿਰਫ ਹਵਾਲਾ ਦਿੱਤਾ ਜਿਹੜੇ ਪੁਰਾਤਨ ਨੇ। ਸਾਹਿਬਜ਼ਾਦੇ ਸ਼ਹਾਦਤ ਦਿਵਸ ਹੋ ਸਕਦਾ ਜੀ, ਬਾਲ ਨੂੰ ਤਾਂ ਟੋਫੀ ਦਿਓ ਤੇ ਬੱਚਾ ਪਿੱਛੇ ਤੁਰ ਪੈਂਦਾ ਹੈ। ਬਾਲ ਨੂੰ ਥੋੜਾ ਜਿਹਾ ਲਾਲਚ ਦਿਓ, ਪਿੱਛੇ ਤੁਰ ਪੈਂਦਾ ਹੈ। ਇਹ ਸ਼ਰੀਰ ਕਰਕੇ ਬਾਲ ਸਨ, ਪਰ ਸੁਰਤ ਕਰਕੇ ਸਾਡੇ ਬਾਬੇ ਸਨ। ਬਜ਼ੁਰਗੀ ਬਾ ਅਕਲ, ਬਜ਼ੁਰਗੀ ਬਾ ਅਕਲ ਨਾ ਕੇ ਬਸਾਲ, ਬਜ਼ੁਰਗੀ ਬਾ ਅਕਲ ਅਸਤ ਨਾ ਕੇ ਬਸਾਲ। ਸਾਲਾਂ ਦੀ ਗਿਣਤੀ ਦਾ ਨਾਮ ਬਜ਼ੁਰਗੀ ਨਹੀਂ ਹੁੰਦਾ, ਬਜ਼ੁਰਗੀ ਅਸਲ ਵਿੱਚ ਅਕਲ ਦਾ ਨਾਮ ਹੁੰਦਾ ਹੈ। ਜੇ ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ ਬਾਬਾ ਕੌਣ, ਉਹ ਕਹਿੰਦੇ ਨੇ ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ। ਬੰਦਗੀ ਤੇ ਸੁਰ ਦੀ ਅਡੋਲਤਾ ਨੂੰ ਬਾਬਾ ਕਿਹਾ ਜਾਂਦਾ ਹੈ। ਬਾਬਾ ਕਿਹਨੂੰ ਕਹਿੰਦੇ ਆਪਾਂ? ਵੱਡੇ ਨੂੰ ਕਹਿੰਦੇ ਆ। ਉਹ ਕਹਿੰਦੇ ਨੇ, ਉਹਨੇ ਕਿਹਾ ਤੁਸੀਂ ਦੇਖ ਲਓ
ਇਹਨਾਂ ਦੀ ਸੁਰਤ ਕੀ ਹੈ। ਤੇ ਬਾਹਰ ਕੀ ਕੀਤਾ ਜੀ, 3 ਦੁਕਾਨਾਂ ਬਣਾ ਦਿੱਤੀਆਂ। ਕਈ ਵਾਰੀ ਹੋ ਸਕਦਾ ਤੁਸੀਂ ਸ਼ੇਅਰ ਕੀਤਾ ਹੋਵੇ, 3 ਦੁਕਾਨਾਂ ਬਣਾਤੀਆਂ। ਇੱਕ ਮਠਿਆਈ ਦੀ, ਬੱਚਾ ਜੀਭ ਦੇ ਲਾਲਚ ਨੂੰ ਆ ਸਕਦਾ, ਮੈਂ ਬੱਚਾ ਕਹਿ ਰਿਹਾ, ਉਹਨਾਂ ਦੀ ਸਾਈਕਿਕ ਹੈ। ਦੂਜੇ ਖਿਡੌਣੇ, ਜਾਂ ਖਾਣ ਪਿੱਛੇ ਜਾਂ ਖਿਡੌਣੇ ਪਿੱਛੇ। ਤੀਸਰੇ ਸ਼ਸਤਰ। ਉਹਨੇ ਕਿਹਾ ਤੁਸੀਂ ਖੁਦ ਦੇਖ ਲਓ ਕੌਣ ਨੇ, ਇਹ ਬੱਚੇ ਨਹੀਂ। ਤੇ ਮੈਂ ਤਾਂ ਕਹਾਂਗਾ ਵੀ ਇਸ ਸਥਾਨ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਕੌਣ ਨੇ। ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਜਦੋਂ ਬਾਹਰ ਕੱਢਿਆ, ਸਾਹਮਣੇ ਸੀ, ਜੋ ਮਰਜ਼ੀ ਲੈ ਲਓ ਜੀ। ਨਾ ਤਾਂ ਬਾਬਾ ਜ਼ੋਰਾਵਰ ਸਿੰਘ, ਨਾ ਬਾਬਾ ਫਤਿਹ ਸਿੰਘ, ਨਾ ਮਠਿਆਈ ਵੱਲ ਧਿਆਨ ਗਿਆ। ਜੇ ਉਹ ਘਟਨਾ ਸੱਚ ਹੈ ਜੋ ਇਤਿਹਾਸਕਾਰ ਕਹਿ ਰਿਹਾ, ਆਖਰ ਕਿੰਨੇ ਦਿਨਾਂ ਦੇ ਪ੍ਰਸ਼ਾਦਾ ਤੇ ਨਹੀਂ ਛਕਿਆ ਨਾ। ਮਠਿਆਈ ਕਿੰਨੂੰ ਨਹੀਂ ਚੰਗੀ ਲੱਗੀ, ਭੁੱਖ ਨਹੀਂ ਲੱਗੀ ਹੋਵੇਗੀ। ਨਾ ਮਠਿਆਈ ਵੱਲ ਗਏ, ਨਾ ਉਹ ਖਿਡੌਣਿਆਂ ਵੱਲ ਗਏ। ਇਤਿਹਾਸ ਕਹਿੰਦਾ ਹੈ ਕਿ ਇੱਕ ਨੇ ਹੱਥ 'ਚ ਨੇਜਾ ਪਕੜ ਲਿਆ, ਦੂਜੇ ਨੇ ਹੱਥ ਵਿੱਚ ਬੰਦੂਕ ਪਕੜ ਲਈ। ਉਹਨੇ ਕਿਹਾ ਦੇਖੋ ਇਹ ਬੱਚੇ ਨਹੀਂ ਜੇ, ਇੱਕ ਬਾਗੀ ਨੇ। ਮੈਂ ਆਪ ਨੂੰ ਬੇਨਤੀ ਕਰਾਂ, ਮੈਂ ਇਹ ਨਹੀਂ ਕਿ ਤੁਲਨਾ ਦੇ ਰਿਹਾ ਗੁਰੂ ਤੇਗ ਬਹਾਦਰ ਸਾਹਿਬ, ਪਰ ਸਾਡੇ ਉਹ ਇਤਿਹਾਸਕਾਰ ਉਸ ਵੇਲੇ ਦੇ ਕਹਿ ਰਿਹਾ ਕਿ ਦਾਦੇ ਸੋ ਜਸਲੀਨ, ਇਹ ਦਾਦੇ ਦੀ ਤਰ੍ਹਾਂ ਅਡੋਲ ਰਹੇ। ਦਾਦਾ ਕਿਵੇਂ ਅਡੋਲ ਰਹੇ? ਜੇ ਉਹ ਇਸ ਘਟਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਪੜ੍ਹੀਏ ਤੇ ਮਹਾਰਾਜ ਸ਼ਬਦ ਵਰਤਿਆ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕੱਲੂ ਮੈਂ ਸਾਕਾ। ਗੁਰਮਖੋ, ਜੇ ਚਾਂਦਨੀ ਚੌਂਕ ਦਾ ਸਾਕਾ ਸਭ ਤੋਂ ਵੱਡਾ ਹੈ, ਤੇ ਸਾਚੇ ਵੇ ਸਰਹੰਦ ਦੇ ਸਾਕੇ ਦਾ ਵੀ ਕੋਈ ਮੁਕਾਬਲਾ ਨਹੀਂ। ਇਹ ਸਭ ਤੋਂ ਵੱਡਾ ਹੈ। ਕਿਨੋ ਵੱਡੋ ਕੱਲੂ ਮੈਂ ਸਾਕਾ। ਮੈਂ ਕਿਵੇਂ ਦਾਦੇ ਦੀ ਤਰ੍ਹਾਂ ਸਾਧਨ ਖੇਤ ਇਤੀ ਜਿਨ ਕਰੀ। ਉਹ ਠੀਕ ਹੈ, ਉਹ ਦੂਜਾ ਪੱਖ ਹੈ ਨਾ, ਪਰ ਆਪਾਂ ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ, ਸਾਧਨ ਖੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਦਾਦੇ ਸਿਓ ਜਸਲੀਨ, ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦੇ ਦਿੱਤਾ, ਪਰ ਇੱਕ ਵੀ ਜ਼ਬਾਨ ਤੋਂ ਖਾਏ ਸੀ ਲਫ਼ਜ਼ ਨਹੀਂ ਨਿਕਲਿਆ। ਇੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖਿਲਾਰਿਆ, ਜ਼ਿਬਾ ਕੀਤਾ ਗਿਆ, ਪਰ ਕੋਈ ਇਤਿਹਾਸ ਨਹੀਂ ਕਹਿੰਦਾ ਕਿ ਸਾਹਿਬਜ਼ਾਦਿਆਂ ਨੇ ਖਾਏ ਜਾਂ ਸੀ ਕਿਹਾ ਹੋ। ਉਂਝ ਯਾਦ ਰੱਖੋ, ਕਥਾ ਗੁਰੂ ਸਤਨ ਜਦੋਂ ਸਮਾਪਤ ਕਰਦਾ ਉਹਦੇ ਵਿੱਚ ਤਾਂ ਫਿਰ ਉਹ ਪੂਰੀ ਲੜੀ ਜੋੜ ਦਿੰਦਾ। ਦੂਣਾ ਸਿੰਘ ਹਡੂਰੀਆ ਕਹਿੰਦਾ ਲਾਹੌਰ ਦੀ ਧਰਤੀ ਤੇ ਦਾਦਾ ਹੈ ਗੁਰੂ ਅਰਜੁਨ ਦੇਵ, ਉਹ ਤੱਤੀ ਤਵੀ ਤੇ ਬੈਠ ਕੇ ਅਡੋਲ ਨੇ। ਉਸ ਬਾਬੇ ਦਾ ਪੋਤਾ ਦਿੱਲੀ ਚਾਂਦਨੀ ਚੌਂਕ ਵਿੱਚ ਬੈਠੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਹ ਆਪਣੇ ਦਾਦੇ ਗੁਰੂ ਅਰਜੁਨ ਦੇਵ ਦੀ ਤਰ੍ਹਾਂ ਅਡੋਲ ਨੇ। ਤੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਸਰਹੰਦ ਚ ਨੀਹਾਂ 'ਚ ਖਲੋਤੇ ਨੇ, ਉਹ ਆਪਣੇ ਦਾਦੇ ਗੁਰੂ ਤੇਗ ਬਹਾਦਰ ਦੀ ਤਰ੍ਹਾਂ ਅਡੋਲ ਨੇ। ਤਾਂ ਅਸੀਂ ਬਾਬੇ ਕਹਿੰਦੇ ਆ। ਫਿਰ ਬੇਨਤੀ ਹੈ, ਉੱਥੇ ਸ਼ਬਦ ਹੈ ਕਿ ਧਰਮ ਖੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਇਹਦੇ ਅਰਥ ਇੱਕ ਵਾਰੀ ਕੀਤੇ ਸਨ, ਕਿਉਂਕਿ ਕੁਝ ਸ਼ਬਦ ਐਸੇ ਨੇ ਜਿਹੜੇ ਹਰ ਸਾਲ ਮੈਂ ਅਰਥ ਕਰਨਾ, ਹਰ ਸਾਲ ਬੋਲਣਾ, ਉਹ ਕਦੀ ਗੁਰਮਖੋ ਫਿੱਕਾਪਨ ਤੇ ਸੁਰ ਦਾ ਹੁੰਦਾ, ਬਾਣੀ ਦਾ ਤੇ ਕਦੀ ਫਿੱਕਾਪਨ ਹੁੰਦਾ ਹੀ ਨਹੀਂ। ਇਹ ਜਿਹੜੇ ਆਪਾਂ ਇਹ ਸਵਾਲ ਕਰਨੇ ਆ ਨਾ ਜੀ, ਪਤਾ ਨਹੀਂ ਸਾਨੂੰ ਨਿਤਨੇਮ ਚ ਸਵਾਦ ਨਹੀਂ ਆਉਂਦਾ। ਇੱਥੇ ਬੰਦਾ ਫਿਰ ਚਲਾਕੀ ਨਾਲ ਆਪਣੇ ਆਪ ਨੂੰ ਬਚਾ ਜਾਂਦਾ। ਇਹਦਾ ਮਨ ਨਿਤਨੇਮ ਚ ਫਰਕ ਪੈ ਗਿਆ ਕੋਈ ਨਹੀਂ। ਸੁਰਤ ਦੀ ਖੰਡਾ ਹੀ ਬੇਸਵਾਦਾ ਹੋ ਜਾਂਦਾ ਹੈ। ਬਾਣੀ ਉਹੀ ਰਹਿੰਦੀ ਹੈ, ਸੁਰਤ ਟਿਕ ਜਾਏ ਤੇ ਕਹਿੰਦਾ ਅੱਜ ਵਰਗਾ ਸਵਾਦ ਹੀ ਕਦੀ ਨਹੀਂ ਆਇਆ। ਇਹ ਨਹੀਂ ਕਹਿਣਾ ਚਾਹੀਦਾ ਬਾਣੀ ਚ ਸਵਾਦ ਨਹੀਂ ਹੁੰਦਾ। ਨਹੀਂ ਪਿਆਰਿਓ, ਫਿਰ ਇਸ ਬੇਨਤੀ ਨੂੰ ਸੁਣਿਓ। ਮੈਂ ਦੌਰਾਨ ਲੱਗਾ, ਤਿਲਕ ਜੰਨੂ ਰਾਖਾ ਪ੍ਰਭਤਾ ਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਖੇਤ ਕੀਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਖੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਉਸ ਦਿਨ ਮੈਂ ਅਰਜ਼ ਕੀਤੀ ਸੀ, ਸਿਰ ਦੇ ਲਫ਼ਜ਼ੀ ਅਰਥ ਲੋਕ ਕਰਦੇ ਨੇ ਸਿਦਕ, ਅਡੋਲਤਾ। ਸਰਦਾਰ ਕਪੂਰ ਸਿੰਘ ਖੋਜ ਕਰਕੇ ਲਿਖਦੇ ਨੇ ਕਿ ਸਿਰ ਦਾ ਲਫ਼ਜ਼ੀ ਅਰਥ ਅਡੋਲਤਾ ਦੀ ਥਾਂ ਇਹ ਹੈ। ਸਿਰ ਸ਼ਬਦ ਅਰਬੀ ਦਾ ਹੈ। ਕਈ ਵਾਰੀ ਕਈ ਲਿਟਰੇਰੀ ਸ਼ਬਦ ਜਦੋਂ ਅੱਗੇ ਤੁਰਦੇ ਨੇ ਅਰਥ ਬਦਲ ਜਾਂਦੇ ਆ। ਕਹਿੰਦੇ ਸਿਰ ਅਸਲ ਵਿੱਚ ਉਹ ਆਤਮਿਕ ਅਵਸਥਾ, ਧਿਆਨ ਦਿਆ ਜੇ, ਦਾਦੇ ਸੋ ਜਸਲੀਨ, ਸਿਰ ਉਹ ਆਤਮਿਕ ਅਵਸਥਾ ਹੈ, ਪਰਮ ਪਦ ਹੈ, ਜਿਹਨੂੰ ਜੋਗੀ ਕੈਵਲ ਅਵਸਥਾ ਕਹਿੰਦਾ ਹੈ, ਤੁਰਿਆ ਅਵਸਥਾ ਕਹਿੰਦਾ ਹੈ। ਉਸ ਅਵਸਥਾ ਵਿੱਚ ਪਹੁੰਚਿਆ ਹੋਇਆ, ਸਾਹਮਣੇ ਤਲਵਾਰ ਹੋਵੇ, ਬੰਦੂਕ ਹੋਵੇ, ਮੌਤ ਦਾ ਭੈ ਹੋਵੇ, ਅੰਦਰ ਦਾ ਭੇਦ ਕਿਸੇ ਨਾਲ ਖੋਲੇ ਨਾ, ਕੁਰਬਾਨੀ ਕਰ ਜਾਏ
ਅੰਦਰ ਦਾ ਭੇਦ ਨਾ ਛੱਡੇ, ਸਿਦਕ ਅਡੋਲਤਾ ਚਲੋ ਆਪਾਂ ਕਰਨੇ ਪਏ, ਉਹ ਅਵਸਥਾ ਨਾ ਛੱਡੇ। ਸੱਚੀ ਮੁੱਚੀ ਸਾਹਿਬਜ਼ਾਦਿਆਂ ਨੇ ਸਿਰ ਨਹੀਂ ਦਿੱਤਾ, ਆਪਣੇ ਸਿਰ ਇੱਥੇ ਦੇ ਦਿੱਤੇ ਆ, ਉਹ ਦਾਦੇ ਦੀ ਤਰ੍ਹਾਂ ਨੇ। ਮੇਰੀ ਫਿਰ ਅਰਜ਼ ਹੈ, ਸੀਸ ਦਿਆ ਪਰ ਸਿਰ ਨਾ ਦਿਆ। ਗੁਰਮਖੋ, ਇਹ ਅਡੋਲਤਾ ਕਿੱਥੋਂ ਆਈ? ਅੱਜ ਮੇਰੀ ਬੇਨਤੀ ਹੈ, ਆਪਾਂ ਜੇ ਨਸ਼ੇ ਦੀ ਗੱਲ ਵੀ ਕਰੋ ਭਾਈ ਸਾਹਿਬ, ਜਿੰਨੇ ਆਪਾਂ ਕਰ ਰਹੇ ਹਾਂ ਸਾਰੇ ਪਵਾੜੇ ਦੀ ਜਨ ਤੇ ਮਨਵਾ ਹੈ। ਉੱਤੇ ਫੁੱਲਾਂ ਨੂੰ ਬਿਮਾਰੀ ਪੈ ਜਾਏ, ਪੱਤਿਆਂ ਨੂੰ ਬਿਮਾਰੀ ਪੈ ਜਾਏ, ਫਲਾਂ ਨੂੰ ਬਿਮਾਰੀ ਪੈ ਜਾਏ, ਕੀੜਾ ਲੱਗ ਜਾਏ, ਚਲੋ ਸਪਰੇਅ ਨਾਲ ਬਾਹਰੋਂ ਸਰ ਜਾਂਦਾ। ਕਈ ਵਾਰੀ ਬਾੜੀ ਬਿਮਾਰੀ ਇਹੋ ਜਿਹੀ ਹੁੰਦੀ, ਸੋਕਾ ਪੈਂਦਾ ਹੈ ਤੇ ਫਿਰ ਲੋਕ ਕਹਿੰਦੇ ਨੇ ਇਹਨਾਂ ਦੇ ਪੱਤਿਆਂ ਤੇ ਸਪਰੇਅ ਨਾ ਕਰੋ, ਇਹਨੂੰ ਪੱਟ ਕੇ ਦੀਆਂ ਜੜਾਂ ਨੇ ਜਿਹੜੀਆਂ ਦਿਸਦੀਆਂ ਉਹਦੇ ਵਿੱਚ ਦਵਾਈ ਪਾਓ। ਜੜਾਂ ਅਦ੍ਰਿਸ਼ਟ ਨੇ, ਜੜਾਂ ਨੂੰ ਬਿਮਾਰੀ ਲੱਗ ਜਾਏ ਤੇ ਸਾਰੇ ਪੱਤੇ ਜਿਹੜੇ ਨੇ ਮੁਰਝਾ ਜਾਂਦੇ ਆ। ਜਿਸ ਦੇ ਮਨ ਨੂੰ ਬਿਮਾਰੀ ਲੱਗ ਜਾਏ ਉਹਦਾ ਤਨ ਵੀ ਮੁਰਝਾ ਜਾਂਦਾ ਹੈ। ਇੱਥੇ ਸੱਚੀ ਮੁੱਚੀ ਅਡੋਲਤਾ ਦਾ ਪ੍ਰਤੀਕ ਨੇ ਉਹ। ਮੈਂ ਫਿਰ ਅਰਜ਼ ਕਰਾਂਗਾ ਕਿ ਉਹਨਾਂ ਦੀ ਅਡੋਲਤਾ, ਹੁਣ ਇਹਦੇ ਅਰਥ ਇਸ ਢੰਗ ਨਾਲ ਕਰੋ ਜੀ, ਆਹ ਕਿਉਂ ਨਾ ਹੋ ਗਿਆ, ਆਹ ਕਿਉਂ ਨਾ ਹੋ ਗਿਆ, ਪਰ ਇੱਥੇ ਸਭ ਕੁਝ ਹੋਇਆ। ਇਹ ਇਤਿਹਾਸ ਸਿਰਜ ਕੇ ਗਏ ਆ। ਮੈਂ ਇੱਕ ਵਾਰ ਕਿਹਾ ਸੀ, ਕੋਈ ਜ਼ਰੂਰੀ ਨਹੀਂ ਕੋਈ ਜਿੱਤ ਕੇ ਜਾਂਦਾ। ਉਸ ਵਕਤ ਅਗਲੇ ਕਹਿਣਗੇ ਕੋਈ ਲਾਸ਼ਾਂ ਚੁੱਕਣ ਵਾਲਾ ਵੀ ਕੋਈ ਨਹੀਂ। ਉਹ ਗੁਰਮਖੋ, ਉਂਝ ਮੈਂ ਤੁਹਾਨੂੰ ਦੱਸਾਂ, ਗੁਰੂ ਤੇਗ ਬਹਾਦਰ ਸਾਹਿਬ ਦੇ ਪਰਿਵਾਰ ਦਾ ਨਾ ਸਿੱਖ ਤੇ ਨਾ ਧਰਤੀ ਦੇਣਾ ਨਹੀਂ ਕਦੀ ਦੇ ਸਕਦੀ। ਸੁਣਿਓ ਇਸ ਬੇਨਤੀ ਨੂੰ। ਭਾਈ ਅਮਰਜੀਤ ਸਿੰਘ ਜੀ ਬੈਠਿਆ, ਮੈਂ ਇੱਕ ਬੇਨਤੀ ਤੁਹਾਨੂੰ ਕਰਕੇ ਜਾਣੀ ਹੈ। ਮੇਰੇ ਮਨ ਸੀ ਐਤਕੀ ਰਾਤ ਜਦੋਂ ਸਵੇਰੇ ਮਹਾਰਾਜ ਜੀ ਦੀ ਸ਼ਹੀਦੀ ਵਾਲਾ ਦਿਨ ਸੀ ਤੇ ਮੇਰੇ ਮਨ ਸੀ ਵੀ ਅੱਜ ਰਾਤ ਮੈਂ ਸੇਵਾ ਕਰਾਂਗਾ ਉੱਥੇ ਜਿੱਥੇ ਸਤਿਗੁਰਾਂ ਦੇ ਸੀਸ ਕਲਮ ਕੀਤਾ ਗਿਆ, ਸੀਸਗੰਜ ਸਾਹਿਬ ਥੱਲੇ ਗਏ। ਪਤਾ ਨਹੀਂ ਉੱਥੇ ਫੁਰਨਾ, ਜਿਵੇਂ ਇਹਨੂੰ ਕੀ ਇਹਨੇ ਸਮਝਿਆ ਸੰਤ ਵਾਲੀ ਗੱਲ, ਪ੍ਰੇਰਨਾ ਹੀ ਮਨਾ। ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਹੁੰਦਾ ਹੈ, ਸਿੱਖ ਕਿਉਂ ਨਹੀਂ ਅਨੰਦਪੁਰ ਸਾਹਿਬ ਸੀਸਗੰਜ ਜਾ ਕੇ ਮੱਥਾ ਟੇਕਦੇ? ਕੋਈ ਛੋਟੀ ਘਟਨਾ ਨਹੀਂ, ਬਹੁਤ ਵੱਡੀ ਘਟਨਾ ਹੈ। ਮੈਂ ਆਪ ਨੂੰ ਤਾਂ ਕਹਿਣ ਲੱਗਾ ਕਿ ਜਦੋਂ ਸਿੱਖ ਨੂੰ ਕਹਿੰਦਾ ਤੂੰ ਦਾੜਾ ਰੱਖ ਲਾ, ਤੂੰ ਅੰਮ੍ਰਿਤ ਛਕ ਲੈ, ਅਸੀਂ ਤਰਲਾ ਜਿਹਾ ਮਾਰਨੇ ਆ। ਇਹਦਾ ਮਤਲਬ ਉਸ ਬੰਦੇ ਅੰਦਰ ਅਹਿਸਾਸ ਹੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਕੀ ਨੇ। ਸਤਬੀਰ ਸਿੰਘ ਉਹਨੇ ਇੱਕ ਜਗ੍ਹਾ ਲਿਖਿਆ ਸੀ, ਮੈਂ ਫਿਰ ਚਲੋ ਉਹਨਾਂ ਦੇ ਹਵਾਲੇ ਦਿੰਨੇ ਹੋ ਕਿਉਂਕਿ ਉਹਨਾਂ ਦੀ ਹਿਸਟਰੀ ਸਟੇਜਿਕ ਹੈ। ਤੁਸੀਂ ਸਟੇਜ ਤੇ ਬੋਲ ਸਕਦੇ ਹੋ, ਆਮ ਤੌਰ ਤੇ ਸਕਾਲਰ ਸਟੇਜ ਤੇ ਨਹੀਂ ਬੋਲੇ ਜਾ ਸਕਦੇ। ਉਹਨਾਂ ਇਹ ਸ਼ਾਇਦ ਰਸ਼ੀਆ ਰਹਿਤ ਚ ਲਿਖਿਆ ਸੀ ਕਿ ਪੀਰ ਬੁੱਧੂ ਸ਼ਾਹ ਉਹ ਕਹਿੰਦੇ ਪਾਕਿਸਤਾਨ ਗਏ ਤੇ ਲਬਾ ਨਿਸਨ ਕਟਾਉਂਦੇ ਔਲਾਦ, ਕਹਿੰਦੇ ਅਸੀਂ ਹੱਸ ਕੇ ਪੁੱਛ ਲਿਆ ਜੀ ਤੁਸੀਂ ਲਬਾ ਤੇ ਨਹੀਂ ਕਟਾਉਂਦੇ? ਉਹਨਾਂ ਅੱਗੋਂ ਕਿਹਾ ਅਸੀਂ ਪੁੱਤ ਦੇ ਕੇ ਕੇਸ ਲੈ ਕੇ ਆਏ ਸਾਂ, ਤੁਹਾਨੂੰ ਉਸ ਤਰ੍ਹਾਂ ਦੇ ਦਿੱਤੇ ਸੀ। ਇਹ ਬੰਦਾ ਸੁਣ ਕੇ ਵੀ ਫਿਰ ਕਿ ਅੰਮ੍ਰਿਤ ਕਿਉਂ ਛਕਣਾ ਚਾਹੀਦਾ ਹੈ? ਮੈਂ ਆਪ ਨੂੰ ਬੇਨਤੀ ਕਰ ਲੱਗਾ, ਦੇਖੋ ਥੋੜਾ ਜਿਹਾ ਇਹਨੂੰ ਇਮੋਸ਼ਨਲ ਤਾਂ ਨਹੀਂ ਜਾਣਾ, ਪਰ ਮਹਿਸੂਸ ਤੇ ਕਰੀਏ। ਸਾਡੇ ਚ ਮੈਂ ਨਾਂ ਲੈਣੋਂ ਗੁਰੇਜ਼ ਨਹੀਂ ਕਰਾਂਗਾ, ਭਾਈ ਦਇਆ ਸਿੰਘ ਜੀ ਲਾਹੌਰੀਆ ਬੈਠੇ ਨੇ, ਬੜਾ ਲੰਮਾ ਸਮਾਂ ਜੇਲ੍ਹ ਕੱਟੀ ਹੈ ਜੀ, ਮੇਰੇ ਖਿਆਲ ਪਰੌਲ ਤੇ ਨੇ, ਹਾਂ ਬਾਹਰ ਆਏ ਨੇ। ਤੇ ਜਿੰਨੇ ਸਿੰਘ ਨੇ, ਕਦੀ ਕਹਿਣਾ ਸੌਖਾ ਪਿਆਰਿਓ, ਸਾਰੀ ਸਾਰੀ ਜ਼ਿੰਦਗੀ ਜੇਲ੍ਹਾਂ ਚ ਲੰਘੀ ਹੈ। ਤੇ ਇਹ ਵੀ ਮੈਂ ਬੇਨਤੀ ਕਰਨਾ, ਜਿੱਥੇ ਆਪਣਾ, ਕਿਉਂਕਿ ਫਿਰ ਤੁਸੀਂ ਕਹੋਗੇ ਜੀ ਕੱਲੀਆਂ ਕਹਿਣ ਲੱਗ ਪਏ ਸਾਡੇ ਅਰਦਾਸਾਂ ਥੋੜਾ ਬਚਾਉਂਦੀਆਂ ਨੇ। ਨਹੀਂ ਗੁਰਮਖੋ, ਅਰਦਾਸਾਂ ਚ ਬੜੀ ਵੱਡੀ ਤਾਕਤ ਜੇ। ਆਪਣਾ ਨੇਮ ਕਰਕੇ ਅਰਦਾਸ ਜ਼ਰੂਰ ਕਰਿਆ ਕਰੋ, ਕਿਉਂਕਿ ਅਰਦਾਸ ਚ ਇੰਨੀ ਤਾਕਤ ਹੈ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਹਰ ਗਾਜਿਓ ਹੋ ਸਹਾਏ। ਫਿਰ ਬਲ ਹੋਵਾ, ਇਹ ਅਰਦਾਸ ਨਹੀਂ ਤੇ ਹੋਰ ਕੀ ਹੈ। ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋ ਤੂੰ ਪਾਏ, ਨਾਨਕ ਸਭ ਕੀ ਤੁਮਰੇ ਹਾਥ ਮੈਂ ਤੁਮੀ ਹੋਤ ਸਹਾਏ। ਉਹਨਾਂ ਬੰਦੀ ਸਿੰਘਾਂ ਲਈ ਇਹ ਸ਼੍ਰੋਮਣੀ ਕਮੇਟੀ ਵੀ ਕਰ ਰਹੀ ਜਿਹੜਾ ਉਪਰਾਲਾ। ਇਹ ਨਹੀਂ ਕਿ ਮੈਂ ਤਾਂ ਕੱਲ ਵੀ ਕਿਹਾ ਸੀ, ਗੁਰਮਖੋ ਘੱਟੋ ਘੱਟ ਇਸ ਪੰਦਰਵਾੜੇ ਚ ਭੁੱਲ ਜਾਓ ਆਪਣੀ ਆਪਣੀ ਜਥਾਬੰਦੀ। ਇੱਕੋ ਗੱਲ ਚੇਤੇ ਰੱਖੋ, ਮੇਰਾ ਬਾਪੂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਤੋਂ ਜਾ ਰਿਹਾ ਹੈ। ਸਾਡੇ ਵੀਰ ਸਾਡੇ ਭਰਾ ਚਮਕੌਰ ਦੀ ਗੜੀ ਚ ਸਰਹੰਦ ਦੀਆਂ ਨੀਆਂ ਚ ਨੇ। ਅਸੀਂ ਸਿਰਫ ਉਹਨਾਂ ਨੂੰ ਚੇਤੇ ਕਰਨਾ, ਬਾਕੀ ਕੋਈ ਗੱਲ ਨਹੀਂ ਕਰਨੀ। ਉਹ ਫਾਰਮ ਜ਼ਰੂਰ ਭਰਿਓ। ਤੇ ਮੈਂ ਤੁਹਾਨੂੰ ਬੇਨਤੀ ਕਰਾਂ, ਆਪਣੀਆਂ ਦੁਕਾਨਾਂ ਤੇ ਉਹ ਤੇ ਗੁਰਦੁਆਰੇ ਤੱਕ ਬੈਠੇ ਆ ਨਾ,
बस इन्ना वड्डा काम कर दिओ, इन्नी एक सुरता दिखा दिओ। मेरी कोई इंटरस्ट नहीं, मैनू किसी कमेटी मैंबर नहीं कहा। हर घर दे विचों पेपर होना चाहिए ते हर दुकान दे उत्ते फार्म कला सिखा नहीं। मैं कहांगा जिहड़े हिंदू मुसलमान सच्ची मुच्ची तुसी इंसाफ पसंद हो ते गुरु तेग बहादुर साहब नूं प्यार करदे हो, तुसी जरूर ये फार्म भरिया जे। सतगुरु गुरु गोबिंद सिंह महाराज पिता दे धड़ दा संस्कार नहीं कीता। गुरमुखो पुत्रा जेड़े कदी नंगे पैर नहीं रहे, कुम्मे माशकी तो लैके भाई साहब ने उत्थे समागम शुरू करने सन ते मौज मैं ते कहना घर घर समागम शुरू करो। कुम्मे माशकी दे जदों कल मैं अर्ज करांगा थल्ले बैठे लेयर दी रोटी खादी जी, जिस वक्त शहीद होए आ दीवान टोडरमल जी ने, मोती राम ने, भाई जोध सिंह का जिक्र आउंदा गुरु की साखियां च। गुरु गोबिंद सिंह तो उदन इत्थे नहीं सन जिदन मां ते पुत्तां दा संस्कार हो रहा सी, वड्डे साहिबजादियां दा संस्कार होया। मैं कला इमोशनल कर ली नहीं, मैं कहना इस दर्द नूं सिख अंदरों महसूस करे, पर ढैंदी कला नाल नहीं, चढ़दी कला नाल। फिर अर्ज कहे ओ बाबे अडोल जेड़े डोले नहीं, दादे दी तरह अपना सीस दे दिता पर सी नहीं बोले, दादे दी तरह अपना सिर दे दिता पर अंदर वाला सिर नहीं देता। उस तो अगे हुण थोड़ा जा होर टाइम, तकरीबन घंटा हो गया। भाई साहब ने अखीर ते बचन पढ़िया, बस ਉਹਦੇ अर्थ ਆਪਾਂ थोड़े कर लईए। गुरु साहब ने किन्नी साडे ते बख्शिश की। हजूर ने कहा मैं जे रचना कर रहा, कृष्णा अवतार दा उलत्था हो रहा, मैं किसी अवतार दे गीत नहीं गा रहा। दसम कथा भगवत की भाखा कही बनाए, अवर वासना नाए प्रभ धर्म जुद्ध कै चाहे। आप कहने महाराज ने शस्त्रां दी क्यों कीती जी, खंड बिहंडंग खालदल खंडंग अस कृपान खंडो खड़प तुबक तबर अर तीर में क्यों क्या सी। गुरमुखो परमात्मा नूं बंसी दर दमोदर मुरारी सब कुछ क्या। वो जिस सतगुरु दे चार चफेरे, एक तां जालम जिहड़ा है राज वाला वो दुष्टता ही कर रहा है, दूजे पासे जिन्हां दी खातर तिलक जंजू सब कुछ कीता वो पहाड़ी राजे भी बेईमान हो गए। फिर गुरु जदों रब दे गीत गांदा वो भी शस्त्रां च ही गांदा है। नमो शस्त्र पाणे नमो अस्त्र माणे, श्री अस्पान श्री अस्तुज ये हमारे पीर। इत्थे सतगुरु फिर सारा कृष्णा अवतार समाप्त करके कहंदे आ कि युद्ध करन वाले दा करैक्टर की होवे। अबर वासना नाए प्रभ धर्म युद्ध कै चाहे, अगे है धन जियो ते को जुग में है। इस संसार विच ओ धनता जोग है, उन्हें धन कहो। मुख ते हर चित्त में युद्ध विचार है। अपने मुख तो वाहिगुरु बोले ते चित्त विच युद्ध दी गल करे। ठीक है, टीकाकारां गुरमुखां ने इहदी युद्ध दा जिक्र कीता है ना। मेरी थोड़ी जी बेनती ध्यान नाल सुनियो, फिर आपां कहांगे ते दो गल्लां हो गईयां, मन होर ते मुख होर। चित्त च युद्ध ते मुख तो हरी, बाकी जिन्ने तुसीं अगे पढ़ोगे सारे दे सारे जेड़े गल्लां ने वो स्पिरिचुअल जीवन नाल ने। जदों मुंह तो वाहिगुरू बोल खरी बोल ते चेते रखी, जदों अंदर चित्त खंडित होवे वासना विच, अपने चित्त दे विच विचार करी मैं शब्द दी कमाई नाल इस वासना रूपी दुश्मन नूं किवें मारना है। फिर अर्ज सुनियो, भावें मैनूं पता टीकाकार ही करदे आ, ठीक हो ना, मुबारक। मुख ते हर चित्त में युद्ध विचार है। ते अगली गल ਇਹਦੇ ਦੋ ਅਰਥ ਵੀ ਹੋਣਗੇ, याद रखियो। खंड बिहंडंग खादल खंडंग अतरण मंडंग बर बंडंग पुजदंड अखंडंग तेज प्रचंडंग जोत अमंडंग पान प्रभंग सुख संता करनंग दुर्मत दरनंग। अगला कहेगा जी कृपान दुर्मत हरदी, गुरबाणी तां कहंदी दुर्मत शब्द दूर करदा। सुख संता करनंग दुर्मत दरनंग किल विकारनंग आसरणंग जय 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 कारण सृष्ट उभारन मम प्रतिपारंग जय तेगंग। शस्त्र चो शुरू करदियां इन्नी सिफत कर दी, कृपान नूं भी रब दी सिफत विच लै गया। इस प्रोफैसर साहब सिंह गल कहंदे हुंदे सन कि गुरु गोबिंद सिंह जी दी बाणी पढ़ लग्या बाहरों कोश ना